ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਇਹ ਨਸਲਕੁਸ਼ੀ ਪ੍ਰੀ ਪਲਾਨਡ ਹੋਈ ਸੀ ਤੇ ਅੱਜ ਤੱਕ ਕੋਈ ਵੀ ਇਸ ਪ੍ਰੀ ਪਲਾਨਡ ਨਸਲਕੁਸ਼ੀ ਨੂੰ ਵਾਪਸ ਸਹੀ ਨਹੀਂ ਕਰ ਸਕਿਆ ਤੇ ਨਾ ਅੱਜ ਤੱਕ ਕਿਸੇ ਨੂੰ ਇਨਸਾਫ ਮਿਲਿਆ ਇਸ ਚੀਜ਼ ਦਾ ਤੇ ਨਾ ਹੀ ਅਸੀਂ ਸਰਕਾਰਾਂ ਤੋਂ ਉਮੀਦ ਕਰਦੇ ਹਾਂ ਕਿ ਅਗਲੇ ਸਮੇਂ 'ਚ ਕਦੀ ਮਿਲੇਗਾ। ਇਹ ਜਿਹੜੇ ਅਸਲ ਦੰਗਾ ਪੀੜਤ ਨੇ, ਜਿਹੜੇ ਸਾਡੇ ਵੱਡੇ ਬਜ਼ੁਰਗ ਨੇ, ਜਿਹੜੇ ਅਸਲ ਦੇ ਵਿੱਚ ਦੰਗਾ ਪੀੜਤ ਨੇ, ਉਹਨਾਂ ਨੇ ਇਹ ਸੋਚ ਹੀ ਛੱਡ ਦਿੱਤੀ ਹੋਈ ਹੈ ਕਿ ਸਾਨੂੰ ਕਦੀ ਇਹ ਭਾਰਤ ਦੀ ਹਕੂਮਤ ਤੋਂ ਨਹੀਂ, ਹਿੰਦੁਸਤਾਨ ਦੀ ਹਕੂਮਤ ਤੋਂ ਕਦੀ ਇਨਸਾਫ ਮਿਲ ਸਕੇਗਾ। ਮੈਨੂੰ ਜਦੋਂ ਦੱਸਿਆ ਵੀ ਸਨ 84 ਰਾਈਟਸ ਦੇ ਵਿੱਚ ਅਸੀਂ ਜੋ ਹੰਡਾਇਆ, ਕਹਿੰਦੇ ਉਸ ਚੀਜ਼ ਨੂੰ ਤੁਸੀਂ ਆਪਣਾ ਸੇਫ ਚੱਲੋ। ਉਹ ਤਾਂ ਡਰਦੇ ਸੀ ਇਸ ਚੀਜ਼ ਨੂੰ ਦੇਖ ਕੇ, ਕਹਿੰਦੇ ਵੀ ਜਿਹਦੇ ਕੜਾ ਵੀ ਹੱਥੇ ਪਾਇਆ ਹੁੰਦਾ ਸੀ ਕਹਿੰਦੇ ਉਹਨੂੰ ਵੀ ਮਾਰਨਾ ਸ਼ੁਰੂ ਕਰ ਦਿੰਦੇ ਸੀ। ਕਿ ਸਮੇਂ ਦੇ ਜਥੇਦਾਰਾਂ ਨੇ, ਵਕਤ ਦੇ ਜਥੇਦਾਰਾਂ ਨੇ ਫਖਰੇ ਕੌਮ ਕਿਸੇ ਪੋਲੀਟੀਕਲ ਲੀਡਰ ਨੂੰ ਦੇ ਦਿੱਤਾ। ਪਰ ਮੈਂ ਕਿਹਾ ਸਾਡੇ ਫਖਰੇ ਕੌਮ ਸ਼ਹੀਦ ਭਾਈ ਸਤਵੰਤ ਸਿੰਘ ਜੀ ਰਹਿਣਗੇ, ਸਾਡੇ ਫਖਰੇ ਕੌਮ ਸ਼ਹੀਦ ਭਾਈ ਬੇਅੰਤ ਸਿੰਘ ਜੀ ਰਹਿਣਗੇ, ਸਾਡੇ ਫਖਰੇ ਕੌਮ ਉਹ ਸਾਰੇ ਕੌਮੀ ਨਾਇਕ ਰਹਿਣਗੇ ਜਿਨ੍ਹਾਂ ਨੇ ਕੌਮ ਦੀ ਪਿੱਠ ਵਿੱਚ ਛੁਰਾ ਨਹੀਂ ਮਾਰਿਆ, ਪਰ ਕੌਮ ਦੀ ਲੱਥੀ ਪੱਗ ਜਿਹੜੀ ਆ ਕੌਮ ਦੇ ਸਿਰ ਦੇ ਉੱਪਰ ਤਰੀ ਹੈ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੁੱਖ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ ਹੈ। ਦੋਸਤੋ, ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕੋਵਿਡ-19 ਦਾ ਕਹਿਰ ਆਪਣੇ ਜੋਬਨ ਦੇ ਉੱਪਰ ਰਿਹਾ ਤੇ ਜਦੋਂ ਕੋਵਿਡ-19 ਦੀ ਗੱਲ ਚੱਲਦੀ ਹੈ, ਕਰੋਨਾ ਦੀ ਗੱਲ ਚੱਲਦੀ ਹੈ, ਤਾਂ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਸਾਨੂੰ ਇੱਕ ਚੇਨ ਬਣਾ ਕੇ ਚੱਲਣਾ ਚਾਹੀਦਾ। ਹੁਣ ਕਈ ਸੋਚਦੇ ਨੇ ਵੀ ਨਾਲੇ ਕਿਹਾ ਜਾਂਦਾ ਹੈ ਵੀ ਜਿੰਨਾ ਸੋਸ਼ਲ ਡਿਸਟੈਂਸ ਬਣਾਵਾਂਗੇ ਕਰੋਨਾ ਦੀ ਚੇਨ ਟੁੱਟੇਗੀ। ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਪਰ ਉਸ ਤਰੀਕੇ ਦੀ ਗੱਲ ਨਹੀਂ ਕਰਦਾ। ਚੇਨ ਸਿਸਟਮ ਦੇ ਅਰਥ ਨੇ ਵੀ ਜੇ ਕਿਸੇ ਕੋਲ ਹੈ ਉਹ ਕਿਸੇ ਦੀ ਅੱਗੇ ਹੈਲਪ ਕਰੇ। ਜਿਵੇਂ ਕਿ ਪਿਛਲੇ ਲੰਮੇ ਸਮੇਂ ਤੋਂ ਤੁਸੀਂ ਦੇਖਦੇ ਹੋ ਕਿ ਜਦੋਂ ਤੋਂ ਕਰੋਨਾ ਨਾਮ ਦੀ ਬਿਮਾਰੀ ਆਈ ਹੈ, ਤਦੋਂ ਤੋਂ ਹੀ ਸਿੱਖ ਭਰਾ ਆਪਣਾ ਦਸਵੰਧ ਲੈ ਕੇ ਸੜਕਾਂ ਦੇ ਉੱਪਰ ਵੀ ਆ ਗਏ ਨੇ। ਕਿਤੇ ਲੰਗਰ ਲਾਏ ਗਏ ਨੇ, ਕਿਤੇ ਲੋੜਵੰਦ ਦੀ ਲੋੜ ਪੂਰੀ ਕੀਤੀ ਗਈ ਹੈ, ਕਿਤੇ ਕਿਸੇ ਨੂੰ ਕਿਤੋਂ ਮੰਗਾਇਆ ਗਿਆ ਹੈ, ਕਿਤੇ ਕਿਸੇ ਨੂੰ ਭੇਜਿਆ ਗਿਆ। ਸੋ ਆਪਣੀਆਂ ਸੇਵਾਵਾਂ ਨੂੰ ਪਹਿਲੇ ਦਿਨ ਤੋਂ ਨਿਭਾ ਰਿਹਾ ਅਕਾਲ ਏਡ ਅਕਾਲ ਚੈਨਲ ਦੀ ਸਮੁੱਚੀ ਟੀਮ। ਤੇ ਦੋਸਤੋ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਅੱਜ ਇਹ ਸਾਡੀ ਸਮੁੱਚੀ ਟੀਮ ਲੁਧਿਆਣਾ ਵਿਖੇ ਪਹੁੰਚੀ ਹੈ ਤੇ ਲੁਧਿਆਣਾ ਦੀ ਜਿਸ ਧਰਤੀ ਤੇ ਅੱਜ ਮੈਂ ਹਾਜ਼ਰ ਹਾਂ, ਮੇਰੇ ਨਾਲ ਨੇ ਮੇਰੇ ਵੀਰ ਇਸ਼ਪ੍ਰੀਤ ਸਿੰਘ ਈਸ਼ੂ ਜੀ। ਇਹ ਸਾਰੇ ਮੇਰੇ ਬੜੇ ਪਿਆਰੇ ਵੀਰ ਨੇ, ਸਾਡੇ ਸਹਿਯੋਗੀ ਨੇ, ਸਾਡੇ ਨਾਲ ਚੱਲਦੇ ਨੇ, ਸਾਡੇ ਨਾਲ ਤੁਰਦੇ ਨੇ। ਤੇ ਮੈਂ ਥੋੜੀ ਜਿਹੀ ਤੁਹਾਨੂੰ ਜਾਣਕਾਰੀ ਦੇ ਦਿਆਂ, ਇਸ ਕਲੋਨੀ ਜਿੱਥੇ ਅੱਜ ਮੈਂ ਖੜਾ ਵਾਂ, ਇਸ ਕਲੋਨੀ ਨੂੰ ਆਮ ਕਰਕੇ ਲੋਕ ਕਹਿ ਦਿੰਦੇ ਨੇ ਦੰਗਾ ਪੀੜਤ ਕਲੋਨੀ। ਭਾਵੇਂ ਕਿ ਤੁਹਾਡੇ ਗਿਆਤ ਦੇ ਵਿੱਚ ਵਾਧਾ ਕਰਦੇ ਆ, ਅਸਲ ਵਿੱਚ 84 ਵੇਲੇ ਦੰਗੇ ਨਹੀਂ ਸੀ ਹੋਏ। ਹਕੀਕਤ ਇਹ ਹੈ ਸੀ ਨਸਲਕੁਸ਼ੀ, ਪਰ ਸ਼ਬਦ ਪ੍ਰਚਲਿਤ ਹੋ ਜਾਂਦੇ ਨੇ। ਪਿਛਲੇ ਲੰਮੇ ਸਮੇਂ ਦੇ ਵਿੱਚ ਇਸ ਸ਼ਬਦ ਦੇ ਉੱਪਰ ਵੀ ਬੜੇ ਵਾਦ ਵਿਵਾਦ ਚੱਲੇ ਤੇ ਲੋਕਾਂ ਨੇ ਬੜੀ ਮਿਹਨਤ ਕਰਕੇ ਸ਼ਬਦ ਦੰਗਾ ਖਤਮ ਕਰ ਦਿੱਤਾ। ਉਹ ਕਹਿੰਦੇ ਕਿ ਇਹਨੂੰ ਸਿੱਖ ਨਸਲਕੁਸ਼ੀ ਕਿਹਾ ਜਾਵੇ, ਇਹਨੂੰ ਦੰਗਾ ਪੀੜਤ ਨਾ ਕਿਹਾ ਜਾਵੇ, ਕਿਉਂਕਿ ਦੋ ਤਰ੍ਹਾਂ ਦੇ ਦੰਗੇ ਨਹੀਂ ਸੀ। ਇਹ ਪ੍ਰੀ ਪਲਾਨਡ ਸਾਡੀ ਨਸਲਕੁਸ਼ੀ ਹੋਈ ਸੀ। ਪਰ ਫਿਰ ਵੀ ਕਲੋਨੀਆਂ ਦੇ ਨਾਮ ਪ੍ਰਚਲਿਤ ਹੋ ਜਾਂਦੇ ਨੇ। ਜਿਵੇਂ ਦਿੱਲੀ ਦੇ ਵਿੱਚ ਵਿਧਵਾ ਕਲੋਨੀ ਨਾਮ ਪ੍ਰਚਲਿਤ ਹੋ ਗਿਆ, ਇਸੇ ਤਰੀਕੇ ਇਸ ਕਲੋਨੀ ਦਾ ਨਾਮ ਲੋਕ ਕਹਿੰਦੇ ਨੇ ਦੰਗਾ ਪੀੜਤ ਕਲੋਨੀ। ਪਰ ਜੇ ਬੜੀ ਬਰੀਕੀ ਦੇ ਵਿੱਚ ਜਾਈਏ ਤਾਂ ਇਹ LIG ਫਲੈਟਸ ਨੇ। ਤੇ ਮੈਂ ਦੱਸ ਦੇਣਾ ਚਾਹੁੰਦਾ 86 ਦੇ ਵਿੱਚ ਇਹ ਕਲੋਨੀ ਬਣਦੀ ਹੈ। ਕਿਉਂ ਬਣਦੀ ਹੈ? ਇਸ ਕਲੋਨੀ ਦੇ ਬਣਨ ਦਾ ਕਾਰਨ ਕੀ ਹੈ? ਕਿਉਂਕਿ ਜਦੋਂ ਕਿ ਇੰਦਰਾ ਗਾਂਧੀ ਦੀ ਹੱਤਿਆ ਕੀਤੀ ਜਾਂਦੀ ਹੈ, ਉਹਨੂੰ ਕਤਲ ਕਰ ਦਿੱਤਾ ਜਾਂਦਾ ਹੈ, ਖਤਮ ਕਰ ਦਿੱਤਾ ਜਾਂਦਾ ਹੈ। ਤੇ ਦੋਸਤੋ, ਤੁਹਾਨੂੰ ਸੁਣ ਕੇ ਬੜੀ ਹੈਰਾਨਗੀ ਹੋਏਗੀ ਕਿ ਉਸੇ ਦਿਨ ਇੱਕ ਐਸਾ ਐਲਾਨ ਆ ਜਾਂਦਾ ਹੈ ਕਿ ਪੂਰੇ ਭਾਰਤ ਦੇ ਅੰਦਰ ਸਿੱਖ ਨਸਲਕੁਸ਼ੀ ਹੋਣ ਲੱਗ ਪੈਂਦੀ ਹੈ, ਜਿਨ੍ਹਾਂ ਦੇ ਵਿੱਚੋਂ ਕਾਨਪੁਰ, ਬਕਾਰੋ ਤੇ ਦਿੱਲੀ ਦਾ ਨਾਮ ਬੜਾ ਉੱਭਰ ਕੇ ਆਉਂਦਾ ਹੈ। ਵੈਸੇ ਤਾਂ ਬੜੀਆਂ ਹੋਰ ਵੀ ਥਾਵਾਂ ਸਨ, ਜੇ ਹੋਂਦ ਚਿੱਲੜ ਦੀ ਗੱਲ ਕਰੀਏ, ਰੇਵਾੜੀ ਦੀ ਗੱਲ ਕਰੀਏ, ਬੜੀਆਂ ਐਸੀਆਂ ਥਾਵਾਂ ਸਨ, ਪਰ ਕੁਝ ਕੁ ਨਾਮ ਬੜੇ ਉੱਭਰ ਕੇ ਸਾਹਮਣੇ ਆਉਂਦੇ ਨੇ, ਜਿਨ੍ਹਾਂ ਵਿੱਚੋਂ ਦਿੱਲੀ ਦਾ ਨਾਮ, ਕਾਨਪੁਰ ਦਾ ਨਾਮ ਤੇ ਬਕਾਰੋ ਦਾ ਨਾਮ ਆਉਂਦਾ ਹੈ। ਦੋਸਤੋ, ਤੁਹਾਨੂੰ ਦੱਸ ਦੇਣਾ ਚਾਹੁੰਦਾ ਮੈਂ, ਫਿਰ ਥਾਂ ਥਾਂ ਤੋਂ ਜਿਹੜੇ ਸਿੱਖ ਭਰਾ ਬੈਠੇ ਸਨ, ਆਪਣੇ ਆਪ ਨੂੰ ਇਕੱਲੇ ਮਹਿਸੂਸ ਕੀਤਾ, ਪੰਜਾਬ ਦੀ ਧਰਤੀ ਨੂੰ ਚਾਲੇ ਪਾ ਦਿੱਤੇ। ਪੰਜਾਬ ਦੀ ਧਰਤੀ ਨੂੰ ਜਦੋਂ ਆਏ, ਹਾਲਾਤ ਇੱਥੇ ਵੀ ਐਸੇ ਨਹੀਂ ਸਨ। 1986 ਦੇ ਅੰਦਰ ਸਰਕਾਰ ਨੇ ਇੱਕ ਕਲੋਨੀ ਬਣਾਈ ਕਿ ਜਿਹੜੇ ਉੱਥੋਂ ਆਪਣਾ ਘਰ-ਬਾਰ ਛੱਡ ਕੇ ਆਏ ਨੇ ਉਹਨਾਂ ਨੂੰ ਦੁਬਾਰਾ ਆਬਾਦ ਕੀਤਾ ਜਾਵੇ। ਉਹਨਾਂ ਨੂੰ ਆਬਾਦ ਕਰਨ ਦੇ ਚੱਕਰ ਦੇ ਵਿੱਚ ਇਹ ਜਿਹੜੇ ਫਲੈਟ ਨੇ, ਜਿਤਨੇ ਵੀ ਇੱਥੇ ਤੁਸੀਂ ਦੇਖਦੇ ਹੋ, ਕਰੀਬ 1217 ਫਲੈਟ ਨੇ। ਜੇ ਇਹਨਾਂ ਦੇ ਵਿੱਚ ਆਬਾਦੀ ਵੇਖੀ ਜਾਵੇ ਤੇ 4500 ਦੇ ਕਰੀਬ ਇਹਦੇ ਵਿੱਚ ਪ੍ਰਾਣੀ ਰਹਿੰਦੇ ਨੇ। ਹੁਣ ਹੈਰਾਨਗੀ ਦੀ ਗੱਲ ਇਹ ਹੈ ਕਿ ਇਹ ਕਲੋਨੀ ਨੂੰ ਆਬਾਦ ਕੀਤਾ ਗਿਆ। ਭਾਵੇਂ ਕਿ ਅੱਜ ਮੈਂ ਭਰੇ ਮਨ ਦੇ ਨਾਲ ਇਹ ਗੱਲ ਕਹਿ ਰਿਹਾ ਵਾਂ, ਮੇਰਾ ਵੀਰ ਇਸ਼ਪ੍ਰੀਤ ਸਿੰਘ ਈਸ਼ੂ ਹੈ, ਸਾਰੀ ਸਾਡੀ ਟੀਮ ਹੈ। ਜਦੋਂ ਮੈਂ ਕਲੋਨੀ ਦਾ ਗੇੜਾ ਦਿੰਦਾ ਵਾਂ, ਆਪਣੇ ਭਰਾਵਾਂ ਨੂੰ ਮਿਲਦਾ ਵਾਂ, ਹਾਲਾਤ ਅੱਜ ਵੀ ਕੋਈ ਬਹੁਤੇ ਚੰਗੇ ਨਹੀਂ ਹੈ। ਇਸ ਕਲੋਨੀ ਦੇ ਬਹੁਤੇ ਲੋਕ ਜਿਨ੍ਹਾਂ ਦੇ ਪਹਿਲਾਂ ਕਾਰੋਬਾਰ 84 ਤੋਂ ਪਹਿਲਾਂ ਬੜੇ ਵਧੀਆ ਸਨ, ਆਪਣੇ ਚੰਗੇ ਕਾਰੋਬਾਰ ਸਨ, ਇਹ ਸਾਰੇ ਭਾਵੇਂ ਹੁਣ ਅਗਲੀਆਂ ਪੀੜ੍ਹੀਆਂ ਨੇ, ਇਹਨਾਂ ਦੇ ਬਜ਼ੁਰਗ ਘਰਾਂ ਦੇ ਅੰਦਰ ਨੇ, ਇਹ ਬਹੁਤ ਛੋਟੇ ਹੋਣਗੇ, ਹੋ ਸਕਦਾ ਇਹਨਾਂ ਦੀ ਪੈਦਾਇਸ਼ ਬਾਅਦ ਦੀ ਹੋਵੇ, ਪਰ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਬੜੇ ਚੰਗੇ ਕਾਰੋਬਾਰ ਸਨ।
ਇਹਨਾਂ ਦੇ ਮਾਪਿਆਂ ਨੇ ਆਪਣੀਆਂ ਭਰੀਆਂ ਦੁਕਾਨਾਂ ਸੜਦੀਆਂ ਹੋਈਆਂ ਵੇਖੀਆਂ ਨੇ। ਇਹਨਾਂ ਦੇ ਮਾਪਿਆਂ ਨੇ, ਇਹਨਾਂ ਦੇ ਦਾਦੇ ਦਾਦੀਆਂ ਨੇ ਆਪਣੇ ਘਰ ਜਿਹੜੇ ਨੇ ਫੁੱਕਦੇ ਵੇਖੇ ਹੋਏ ਨੇ। ਹਾਲਾਤ ਐਸੇ ਦੇ ਵਿੱਚੋਂ ਦੁਬਾਰਾ ਆਬਾਦ ਕੀਤਾ, ਸਰਕਾਰ ਕਹਿੰਦੀ ਕਲੋਨੀ ਬਣਾ ਦੇਣੀ ਹੈ। ਪਰ ਮੈਂ ਅੱਜ ਵੀ ਵੇਖਦਾ, ਮੈਂ ਪੁੱਛਦਾ ਕਿ ਕੀ ਕਰਦੇ ਆ, ਕਹਿੰਦੇ ਬਹੁਤੇ ਇਸ ਕਲੋਨੀ ਦੇ ਵਿੱਚੋਂ ਆਟੋ ਚਲਾਉਂਦੇ ਨੇ, ਬਹੁਤੇ ਬੱਸਾਂ ਦੇ ਡਰਾਈਵਰ ਨੇ, ਕੋਈ ਛੋਟੀ ਮੋਟੀ ਨੌਕਰੀ ਕਰਦਾ ਹੈ, ਕੋਈ ਕਿਸੇ ਕਾਰਖਾਨੇ ਵਿੱਚ ਜਾ ਰਿਹਾ ਹੈ। ਸੋ ਕਹਿਣ ਤੋਂ ਭਾਵ ਹਾਲਾਤ ਅੱਜ ਵੀ ਬਹੁਤੇ ਚੰਗੇ ਨਹੀਂ। ਤੇ ਜਦੋਂ ਮੇਰੇ ਵੀਰਾਂ ਨੇ ਮੇਰੇ ਨਾਲ ਗੱਲਬਾਤ ਕੀਤੀ, ਕਹਿਣ ਲੱਗੇ ਭਾਈ ਸਾਹਿਬ ਜੀ ਅਕਾਲ ਏਡ ਨੂੰ ਇਹ ਬੇਨਤੀ ਕਰੋ ਕਿ ਸਾਡੀ ਕਲੋਨੀ ਦੇ ਵਿੱਚ ਬੜੇ ਐਸੇ ਲੋੜਵੰਦ ਪਰਿਵਾਰ ਨੇ। ਤੇ ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਵੀ ਇਕੱਲਾ ਅਸੀਂ ਰਾਸ਼ਨ ਵੰਡਣ ਦੇ ਲਈ ਨਹੀਂ ਆਵਾਂਗੇ, ਰਾਸ਼ਨ ਤੇ ਆਵੇਗਾ ਕਿਉਂਕਿ ਉਹ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਨੂੰ ਅੱਗੇ ਵਰਤਾਇਆ ਜਾਣਾ। ਸਾਡੇ ਵੀਰ ਤਜਿੰਦਰ ਸਿੰਘ ਹੋਰੀ, ਸਾਡੇ ਸਤਿਕਾਰਯੋਗ ਵੀਰ ਜਿਤਨੇ ਵੀ ਨੇ, ਪੂਰੀ ਦੀ ਪੂਰੀ ਟੀਮ ਅੰਮ੍ਰਿਤਸਰ ਦੀ ਧਰਤੀ ਤੋਂ ਚੱਲ ਕੇ ਇੱਥੇ ਆਈ ਹੈ। ਇੱਥੇ ਜਦੋਂ ਅੱਪੜਦੇ ਨੇ, ਇੱਥੇ ਵੀਰ ਮੈਨੂੰ ਕਹਿ ਰਹੇ ਸਨ, ਕਹਿੰਦੇ ਕਿ ਪੂਰਾ ਵੇਰਵਾ ਜ਼ਰੂਰ ਦੇ ਦਿਆ ਜੇ ਵੀ ਆਪਾਂ ਕਿਸ ਕਲੋਨੀ ਦੇ ਵਿੱਚ ਆਏ ਹਾਂ। ਮੈਂ ਕਿਹਾ ਆਪਾਂ ਉਸ ਕਲੋਨੀ ਦੇ ਵਿੱਚ ਆਏ ਹਾਂ ਜਿਨ੍ਹਾਂ ਨੇ ਲੰਮਾ ਸਮਾਂ ਪਹਿਲਾਂ ਬੜਾ ਵੱਡਾ ਦਰਦ ਖੰਡਾਇਆ। ਆਪਾਂ ਉਸ ਕਲੋਨੀ ਦੇ ਦਰਦਾਂ ਵਾਲੀ ਥਾਂ ਦੇ ਉੱਪਰ ਆ ਗਏ ਹਾਂ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਆਪਣੇ ਆਸ਼ੀਆਨੇ ਬਰਬਾਦ ਹੁੰਦੇ ਹੋਏ ਦੇਖੇ ਨੇ। ਹਕੀਕਤ ਇਹ ਹੈ, ਬਹੁਤ ਔਖਾ ਹੋ ਜਾਂਦਾ ਜਦੋਂ ਹੱਥੀਂ ਵਸਾਇਆ ਘਰ ਅੱਖਾਂ ਦੇ ਸਾਹਮਣੇ ਸੜਦਾ, ਕੋਈ ਮੱਚਦਾ ਵੇਖਦਾ। ਬੜੇ ਐਸੇ ਪਰਿਵਾਰ ਹੋਣਗੇ ਤੇ ਇਹਨਾਂ ਪਰਿਵਾਰਾਂ ਦੇ ਵਿੱਚੋਂ ਇੱਕ ਭੈਣ ਜੀ ਮੈਨੂੰ ਹੁਣੇ ਮਿਲੇ, ਉਹਨਾਂ ਦੇ ਬ੍ਰਦਰ ਆਈ ਵਿਟਨੈਸ ਨੇ। ਦੇਖੋ ਮੈਂ ਫਿਰ ਥੋੜਾ ਜਿਹਾ ਜ਼ਿਕਰ ਕਰਦੇ ਹਾਂ, ਜੋ ਦਿੱਲੀ ਦੇ ਵਿੱਚ ਹੋਇਆ ਉਹਦੇ ਆਈ ਵਿਟਨੈਸ ਵੀ ਨੇ ਇਸ ਕਲੋਨੀ ਦੇ ਅੰਦਰ। ਇੰਜ ਕਹਿ ਲਵਾਂ ਕਿ ਜੇ ਮੈਂ 84 ਦੀ ਗੱਲ ਕਰਾਂ ਤੇ 84 ਦੀ ਗੱਲ ਕਰਦਿਆਂ ਮੈਨੂੰ ਇੱਕ ਸਮਝ ਪੈ ਗਈ ਹੈ ਵੀ ਇਹ ਕਲੋਨੀ ਜੇ 84 ਦੀ ਗੱਲ ਕਰਨੀ ਹੈ ਤੇ ਇਸ ਕਲੋਨੀ ਦੀ ਸੁਣਵਾਈ ਹੋਣੀ ਬੜੀ ਜ਼ਰੂਰੀ ਹੈ। ਫਿਰ ਮੈਂ ਗਲੀਆਂ ਦੇ ਵਿੱਚੋਂ ਲੰਘਦਾ ਮੈਂ ਫਲੈਟਸ ਦੇਖਦਾ ਮੈਂ, ਅੰਦਰੋਂ ਕੋਈ ਆਪਣਾ ਕੰਮ ਘਰ ਦਾ ਕੰਮ ਕਰਾ ਲਵੇ, ਠੀਕ ਹੈ, ਕੋਈ ਪੇਂਟ ਕਰਾ ਲਵੇ, ਪਾਲਿਸ਼ ਕਰਾ ਲਵੇ, ਪਰ ਬਾਹਰ ਦੇ ਜਿਹੜੇ ਹਾਲਾਤ ਨੇ ਲੱਗਦਾ ਨਹੀਂ ਕਿ ਸੱਚਮੁੱਚ ਇਹ ਕਲੋਨੀ ਹੈ। ਲੱਗਦਾ ਹੈ ਜਿਵੇਂ ਇੱਕ ਮੁਹੱਲਾ ਜਿਹਾ ਹੁੰਦਾ ਹੈ ਤੇ ਇੱਕ ਮੁਹੱਲੇ ਦੇ ਅੰਦਰ ਬੜੇ ਲੋੜਵੰਦ ਪਰਿਵਾਰ ਰਹਿੰਦੇ ਨੇ। ਮੈਂ ਕਹਿੰਦਾ ਠੀਕ ਹੈ, ਪਰਿਵਾਰ ਲੋੜਵੰਦ ਹੋ ਸਕਦੇ ਨੇ, ਪਰ ਆਪਣੇ ਘਰਾਂ ਦੇ ਅੰਦਰ ਤੇ ਆਪਣੀਆਂ ਯਾਦਾਂ ਦੇ ਅੰਦਰ ਬੜਾ ਅਮੀਰ ਇਤਿਹਾਸ ਲੈ ਕੇ ਬੈਠੇ ਨੇ। ਦੋਸਤੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਣੀ ਚਾਹੁੰਦਾ। ਮੈਂ ਧੰਨਵਾਦ ਏਅਰਪੋਰਟ ਤੋਂ ਚੜ੍ਹਨਾ ਸੀ ਤੇ ਸ਼ਾਇਦ ਕਿਸੇ ਜਗ੍ਹਾ ਵੈਗਰੂ ਆਪਣਾ ਰਾਂਚੀ ਏਅਰਪੋਰਟ ਤੋਂ ਮੈਂ ਅੱਗੇ ਜਾਣਾ ਸੀ ਦਿੱਲੀ ਵਾਲੇ ਪਾਸੇ ਨੂੰ। ਤੇ ਜਦੋਂ ਧੰਨਵਾਦ ਮੈਂ ਪ੍ਰੋਗਰਾਮ ਕੀਤਾ, ਉਸ ਤੋਂ ਬਾਅਦ ਰਾਤ ਨੂੰ ਵੀਰ ਮੈਨੂੰ ਕਹਿੰਦੇ ਕਿ ਤੁਸੀਂ ਟੈਕਸੀ ਤੇ ਭਾਈ ਸਾਹਿਬ ਤੁਹਾਡੇ ਨਾਲ ਜਤਾ ਹੈ ਭਾਈ ਮੁਖਤਿਆਰ ਸਿੰਘ ਜੀ ਦਾ, ਤੇ ਤੁਸੀਂ ਏਅਰਪੋਰਟ ਤੇ ਚਲੇ ਜਾਓ, ਸਵੇਰੇ ਤੜਕੇ ਤੁਹਾਡੀ 5 ਵਜੇ ਫਲਾਈਟ ਹੈ। ਜਿਸ ਵੇਲੇ ਮੈਂ ਫਲਾਈਟ ਦੇ ਕਰਕੇ ਤੜਕੇ ਨਿਕਲਿਆ, ਹੈਰਾਨਗੀ ਹੋਈ। ਰਸਤੇ ਦੇ ਅੰਦਰ ਮੈਂ ਡਰਾਈਵਰ ਨੂੰ ਉਂਝ ਹੀ ਪੁੱਛ ਲਿਆ ਕਿਉਂਕਿ ਰਾਤ ਕਾਫੀ ਲੇਟ ਹੋ ਗਏ ਵਿਮਾਨ ਤੋਂ, ਸਵੇਰ ਵੇਲੇ ਫਲਾਈਟ ਹੈ, ਰਾਤ ਸੁੱਤਾ ਨਹੀਂ ਗਿਆ। ਮੈਂ ਸਿਰਫ ਇਹਨਾਂ ਕੋਲ ਡਰਾਈਵਰ ਨੂੰ ਪੁੱਛਿਆ, ਮੈਂ ਕਿਹਾ ਆਪਾਂ ਕਿੱਥੇ ਕਿਤੇ ਪਹੁੰਚ ਗਏ ਹਾਂ। ਉਹਨੇ ਮੈਨੂੰ ਆਵਾਜ਼ ਹੌਲੀ ਜਿਹੀ ਕਿਹਾ, ਕਹਿਣ ਲੱਗੇ ਬਕਾਰੋ। ਬਕਾਰੋ ਦਾ ਨਾਮ ਸੁਣਦਿਆਂ ਮੈਂ ਇੱਕਦਮ ਦਹਿਲਿਆ। ਮੇਰੇ ਨਾਲ ਦਿਆਂ ਨੇ ਮੈਨੂੰ ਪੁੱਛਿਆ ਭਾਈ ਸਾਹਿਬ ਕੀ ਹੋਇਆ। ਮੈਂ ਕਿਹਾ ਹਕੀਕਤ ਇਹ ਹੈ, ਬਕਾਰੋ ਨਾਲ ਵੀ ਸਾਡੀ ਬੜੀ ਵੱਡੀ ਯਾਦ ਜੁੜੀ ਹੈ। ਮੈਂ ਕਿਹਾ ਬੜਾ ਵੱਡਾ ਇੱਥੇ ਸਟੀਲ ਪਲਾਂਟ ਹੁੰਦਾ ਸੀ ਤੇ ਜਿਤਨੇ ਵੀ ਸਿੱਖ ਸਵੇਰ ਵੇਲੇ ਹਾਜ਼ਰੀ ਲਾ ਕੇ ਉਹ ਸਟੀਲ ਪਲਾਂਟ ਦੇ ਅੰਦਰ ਗਏ ਸਨ, ਜਿਨ੍ਹਾਂ ਦੀ ਹਾਜ਼ਰੀ ਜਾਂਦਿਆਂ ਦੀ ਲੱਗੀ ਸੀ, ਵਾਪਸੀ ਕਿਸੇ ਦੀ ਹਾਜ਼ਰੀ ਨਹੀਂ ਲੱਗੀ, ਸਾਰੇ ਦੇ ਸਾਰੇ ਖਤਮ ਕਰ ਦਿੱਤੇ ਗਏ। ਦਿੱਲੀ ਕਾਨਪੁਰ ਬਕਾਰੋ ਦੀ ਧਰਤੀ ਦੇ ਉੱਪਰ ਜੋ ਸਿੱਖ ਕਤਲੇਆਮ ਸੜਕਾਂ ਦੇ ਉੱਪਰ ਹੋਇਆ, ਉਹ ਬਿਆਨ ਤੋਂ ਬੜੀ ਪਰਾਂ ਹੈ। ਹਕੀਕਤ ਇਹ ਹੈ, ਮੈਂ ਤਾਂ ਦੁਨੀਆ ਨੂੰ ਕਹਿਣਾ ਖੁੰਨਾ ਵਾਂ, ਭਾਵੇਂ ਇਹਦੇ ਉੱਪਰ ਬੜੀਆਂ ਕਿਤਾਬਾਂ ਆਈਆਂ ਨੇ, ਕਿਤਾਬਾਂ ਦੇ ਵਿੱਚ ਰੇਪ ਦੀਆਂ ਗੱਲਾਂ ਵੀ ਹੋਈਆਂ ਨੇ, ਸਾਡੀਆਂ ਧੀਆਂ ਭੈਣਾਂ ਨਾਲ ਰੇਪ ਵੀ ਹੋਏ ਨੇ, ਸਾਡੇ ਘਰਾਂ ਨੂੰ ਪ੍ਰੀ ਪਲਾਂਟ ਨਿਸ਼ਾਨਾ ਬਣਾਇਆ ਗਿਆ, ਵੋਟ ਲਿਸਟ ਜਾਰੀ ਕੀਤੀ ਗਈ, ਨਿਸ਼ਾਨੀਆਂ ਲਾਉਣ ਤੋਂ ਬਾਅਦ ਇਹ ਸਿੱਖਾਂ ਦੇ ਘਰ ਨੇ ਖਤਮ ਕਰ ਦਿੱਤਾ ਗਿਆ। ਉਹ ਸਾਰੇ ਫਿਰ ਜਦੋਂ ਬਰਬਾਦ ਹੋ ਗਏ, ਉੱਥੇ ਆਪੋ ਆਪਣੇ ਰਿਸ਼ਤੇਦਾਰੀਆਂ ਵੱਲ ਇਹ ਪੰਜਾਬ ਆਏ। ਜਦੋਂ ਪੰਜਾਬ ਆਏ ਤੇ ਪੰਜਾਬ ਦੀ ਧਰਤੀ ਤੇ ਸਰਕਾਰਾਂ ਨੇ 2 ਸਾਲ ਬਾਅਦ ਸੋਚਿਆ ਇਹਨਾਂ ਨੂੰ ਦੁਬਾਰਾ ਮੁੜ ਵਸੇਬਾ ਕੀਤਾ ਜਾਵੇ। ਉਸ ਮੁੜ ਵਸੇਬੇ ਦੇ ਵਿੱਚੋਂ ਨਿਕਲਦੀ ਹੈ ਇੱਕ ਕਲੋਨੀ, ਜਿਸ ਕਲੋਨੀ ਵਿਖੇ ਅੱਜ ਅਸੀਂ ਅਕਾਲ ਟੀਮ ਸਾਰੇ ਆਏ ਹਾਂ। ਅਕਾਲ ਏਡ ਆਈ ਹੈ। ਕਿਉਂ ਆਈ ਹੈ? ਕਿਉਂਕਿ ਸਾਰੇ ਸਾਡੇ ਆਪਣੇ ਭਰਾ ਨੇ, ਇਹਨਾਂ ਨੇ ਦਰਦ ਖੰਡਾਏ ਨੇ, ਸਾਡੇ ਬਜ਼ੁਰਗ ਨੇ, ਬੜੇ ਐਸੇ ਨੇ। ਅੱਜ ਇਹ ਲੋੜਵੰਦ ਨੇ, ਸਾਡਾ ਇਖਲਾਕੀ ਫਰਜ਼ ਬਣਦਾ ਕਿ ਅਸੀਂ ਸਾਰਿਆਂ ਦੇ ਨਾਲ ਥੋੜੀਆਂ ਗੱਲਾਂ ਬਾਤਾਂ ਕਰੀਏ। ਇਹਨਾਂ ਦੇ ਨਾਲ ਆਪਣੇ ਕਿੰਨੇ ਕੋਈ ਇਤਿਹਾਸਾਂ ਤੋਂ ਜਾਣੂ ਨੇ, ਹਾਲਾਤਾਂ ਤੋਂ ਸਾਨੂੰ ਜਾਣੂ ਕਰਵਾਉਣਗੇ। ਉਸ ਤੋਂ ਬਾਅਦ ਅਸੀਂ ਜਿਹੜੀ ਰਾਸ਼ਨ ਦੀ ਸੇਵਾ ਹੈ ਉਹ ਤੇ ਕਰਕੇ ਜਾਣਾ। ਪਰ ਫਿਰ ਵੀ ਸ਼ਾਮ ਨੂੰ ਮੈਂ ਇਸ਼ਪ੍ਰੀਤ ਸਿੰਘ ਇਸ਼ੂ ਜੀ, ਤੁਸੀਂ ਬੇਨਤੀ ਕੀਤੀ ਸੀ, ਅਸੀਂ ਇੱਥੇ ਪਹੁੰਚੇ ਹਾਂ। ਹੁਣ ਆਪਾਂ ਰਾਸ਼ਨ ਦੀ ਸੇਵਾ ਕਰਾਂਗੇ ਅਕਾਲ ਏਡ ਵੱਲੋਂ, ਸ਼ਾਮ ਨੂੰ ਅਕਾਲ ਏਡ ਵੱਲੋਂ ਆਪਾਂ ਇੱਥੇ ਸੈਨੀਟਾਈਜ਼ ਦੀ ਸੇਵਾ ਕਰਾਂਗੇ। ਪੂਰੀ ਦੀ ਪੂਰੀ ਤੁਹਾਡੀ ਜਿਹੜੀ ਕਲੋਨੀ ਉਹ ਸਾਰੀ ਅਸੀਂ ਸੈਨੀਟਾਈਜ਼ ਕਰਕੇ ਜਾਵਾਂਗੇ। ਤੇ ਮੈਨੂੰ ਇਸ ਕਲੋਨੀ ਬਾਰੇ ਹੋਰ ਜਾਣਕਾਰੀ ਦੇ ਦਿਓ। ਇਸ ਕਲੋਨੀ ਦੇ ਵਿੱਚ ਮੈਨੂੰ ਪਤਾ ਲੱਗਾ ਬਹੁਤ ਜ਼ਿਆਦਾ ਪਰਿਵਾਰ ਰਹਿੰਦੇ ਨੇ। ਹਾਂਜੀ, ਇੱਥੇ ਦਾਸ ਇਸ਼ਪ੍ਰੀਤ ਸਿੰਘ ਇਸ਼ੂ, ਹਾਂਜੀ ਇੱਥੇ 1217 ਫਲੈਟਸ ਨੇ, ਜਿਹਦੇ ਵਿੱਚ ਟੋਟਲ ਵੋਟ 4500 ਦੇ ਲਾਗੇ ਹੈਗੀ ਹੈ। ਤੇ 4500 ਵੋਟ ਦੇ ਹੁੰਦਿਆਂ ਤੁਸੀਂ ਸੋਚੋ ਵੀ ਇੱਥੇ ਪ੍ਰੋਪਰ ਰਾਸ਼ਨ ਪਹੁੰਚ ਨਹੀਂ ਰਿਹਾ ਕਿੱਥੇ ਵੀ। ਜੇ ਕੋਈ ਰਾਸ਼ਨ ਆਇਆ ਵੀ ਹੈ ਤਾਂ ਕਈਆਂ ਨੂੰ ਆਪਣੀ ਜਗ੍ਹਾ ਮਿਲਿਆ, ਉੱਦਾਂ ਕੋਈ ਕਿਸੇ ਨੂੰ ਕੋਈ ਰਾਸ਼ਨ ਪ੍ਰੋਵਾਈਡ ਨਹੀਂ ਹੋਇਆ।
ਅੱਜ ਅਕਾਲ ਚੈਨਲ ਤੇ ਅਕਾਲ ਏਡ ਤੇ ਤੁਸੀਂ ਹਰਪ੍ਰੀਤ ਸਿੰਘ ਮਖੂ ਜੋ ਸਾਡੇ ਨਾਲ ਬਹੁਤ ਹੀ ਤੁਸੀਂ ਵੱਡੇ ਭਰਾਵਾਂ ਵਾਂਗੂ ਪ੍ਰੇਮ ਕਰਦੇ ਹੋ ਤੇ ਸਾਨੂੰ ਹਮੇਸ਼ਾ ਹੀ ਤੁਸੀਂ ਸਾਥ ਦਿੰਦੇ ਹੋ। ਮੈਂ ਦਿਲ ਦੀ ਗਹਿਰਾਈਆਂ ਵਿੱਚੋਂ ਤੁਹਾਡਾ ਧੰਨਵਾਦ ਕਰਦਾ ਤੇ ਅਕਾਲ ਏਡ ਤੇ ਅਕਾਲ ਚੈਨਲ ਦਾ ਧੰਨਵਾਦ ਕਰਦਾ ਵੀ ਜੋ ਤੁਸੀਂ ਸਾਡੀ ਇੱਕ ਆਵਾਜ਼ ਦੇ ਅੰਦਰ ਹੀ ਤੁਸੀਂ ਸਾਡਾ ਸਾਥ ਦਿੱਤਾ ਹੈ। ਬਹੁਤ ਬਹੁਤ ਮਿਹਰਬਾਨੀ ਹੈ ਜੀ। ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵਾਂ, ਅਸਲ ਦੇ ਅੰਦਰ ਜਦੋਂ 84 ਦੀ ਗੱਲ ਕਰਨੀ ਹੈ ਤੇ 84 ਦੀ ਗੱਲ ਇੱਥੇ ਨਹੀਂ ਮੁੱਕ ਜਾਂਦੀ ਕਿ ਦਿੱਲੀ ਦੀ ਧਰਤੀ ਤੇ ਬਹੁਤ ਕੁਝ ਹੋ ਗਿਆ। ਮੈਂ ਕਹਿੰਦਾ ਹੁੰਨਾ ਕਿ ਉਸ ਤੋਂ ਬਾਅਦ ਕੀ ਹੋਇਆ ਸਾਨੂੰ ਇਹ ਦੇਖਣਾ ਪਏਗਾ ਕਿ ਜੋ 84 ਵੇਲੇ ਬਰਬਾਦ ਹੋ ਗਏ ਸਨ ਕਿ ਦੁਬਾਰਾ ਉਹ ਉਸ ਲਾਈਫ ਤੇ ਆ ਗਏ, ਉਹ ਲਾਈਨ ਦੇ ਉੱਪਰ ਉਸ ਟਰੈਕ ਤੇ ਆ ਗਏ। ਤੇ ਸੱਚ ਕਰਕੇ ਜਾਣਿਆ ਤੇ ਮੇਰਾ ਅੰਦਰ ਇਹ ਗੱਲ ਕਹਿ ਰਿਹਾ, ਮੈਂ ਨਾ ਭਰਾਵਾਂ ਦੇ ਵਿੱਚ ਕਹਿ ਰਿਹਾ ਮੈਂ, ਆਰਥਿਕ ਤੌਰ ਦੇ ਉੱਪਰ ਦੁਬਾਰਾ ਉਹ ਟਰੈਕ ਫੜਿਆ ਹੀ ਨਹੀਂ ਗਿਆ। ਜੇ ਕਿਸਾਨਾਂ ਦੇ ਵਿੱਚ ਅਸੀਂ ਜਾਂਦੇ ਹਾਂ, ਸਾਡੀ ਅਕਾਲ ਏਡ ਜਾਂਦੀ ਹੈ, ਜਦੋਂ ਦਰਿਆ ਵਾਲੇ ਪਾਸੇ ਜਾਂਦੇ ਹਾਂ, ਹਕੀਕਤ ਇਹ ਹੈ ਮੈਂ ਕਿਸਾਨਾਂ ਨੂੰ ਸਿਰਫ ਇੰਨਾ ਕੁ ਪੁੱਛ ਲੈਣਾ, ਮੈਂ ਕਹਿੰਦਾ ਜੀ ਫਸਲ ਬਰਬਾਦ ਹੋ ਗਈ, ਦੁਬਾਰਾ ਸਟੈਂਡ ਕਦੋਂ ਹੋਵੋਗੇ? ਤੇ ਕਿਸਾਨ ਭਰਾ ਭਰੇ ਮਨ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਬਲਦੇਵ ਸਿੰਘ ਜੀ ਨੇ ਗੱਲ ਕਹੀ ਸੀ, ਉਹ ਕਹਿੰਦੇ ਇੱਕ ਵਾਰੀ ਕਿਸਾਨ ਬਰਬਾਦ ਹੋ ਜਾਵੇ, ਕਹਿਣ ਲੱਗੇ ਫਿਰ 5 ਸਾਲ ਸਾਡੇ ਕੋਲ ਦੁਬਾਰਾ ਉੱਠਿਆ ਨਹੀਂ ਜਾਂਦਾ। ਹਕੀਕਤ ਇਹ ਹੈ ਇੱਕ ਵਾਰੀ ਫਸਲ ਖਤਮ ਹੋ ਗਈ 5 ਸਾਲ ਨਹੀਂ ਉੱਠਿਆ ਜਾਂਦਾ। ਅਸੀਂ ਉਹਨਾਂ ਏਰੀਏ ਦੇ ਵਿੱਚ ਵੀ ਜਾਂਦੇ ਹਾਂ, ਠੀਕ ਹੈ, ਬੜੀ ਪ੍ਰਕਾਰ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ। ਮੈਂ ਕਹਿੰਦਾ ਕਿ ਗੱਲਾਂ ਸੁਣਨੀਆਂ ਪੈਣ ਨਾ ਸੁਣਨੀਆਂ ਪੈਣ, ਪਰ ਵਿਸ਼ਲੇਸ਼ਣ ਜ਼ਰੂਰ ਕਰਿਆ ਜੇ। ਇਹਨਾਂ ਸਾਰੇ ਕੰਮਾਂ ਦਾ ਇੱਕ ਵਿਸ਼ਲੇਸ਼ਣ ਜ਼ਰੂਰ ਹੋਵੇ ਵੀ ਜਦੋਂ ਕੋਵਿਡ-19 ਸੀ ਤੇ ਕਿਹੜੇ ਲੋਕ ਉਸ ਵਕਤ ਉਹਨਾਂ ਰਾਹਾਂ ਦੇ ਉੱਪਰ ਜਾਂਦੇ ਸੀ ਜਿਨ੍ਹਾਂ ਰਾਹਾਂ ਤੇ ਤੁਰਨ ਤੋਂ ਲੋਕ ਸੰਕੋਚ ਕਰਦੇ ਸਨ, ਜਿਨ੍ਹਾਂ ਰਾਹਾਂ ਤੇ ਬੜਾ ਖੌਫ ਖਿਲ ਰਿਹਾ ਸੀ, ਉਹਨਾਂ ਰਾਹਾਂ ਤੇ ਕੌਣ ਬੇਖੌਫ ਹੋ ਕੇ ਫਿਰਦਾ ਰਿਹਾ। ਤੇ ਤੁਹਾਨੂੰ ਇਸ ਟੀਮ ਦਾ ਨਾਮ ਵੀ ਆਪਣੇ ਆਪ ਤੁਹਾਡੀ ਜ਼ੁਬਾਨ ਤੇ ਆ ਜਾਵੇਗਾ। ਇਹ ਸਾਰੇ ਮੇਰੇ ਵੀਰ ਨੇ, ਕੋਈ ਮੇਰੇ ਤੋਂ ਛੋਟਾ ਹੈ, ਕੁਝ ਮੇਰੇ ਤੋਂ ਵੱਡੇ ਵੀ ਨੇ, ਤੇ ਵੀਰਾਂ ਨੇ ਹੁਕਮ ਆਇਆ ਸੀ। ਮੈਂ ਅੱਜ ਵੀ ਵੀਰਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਵਾਂ, ਜਦੋਂ ਜਦੋਂ ਤੁਸੀਂ ਭਰਾ ਯਾਦ ਕਰੋਗੇ ਮੈਂ ਹਾਜ਼ਰ ਹਾਂ। ਅਕਾਲ ਏਡ ਅਕਾਲ ਟੀਮ ਤੁਹਾਡੇ ਨਾਲ ਹਾਜ਼ਰ ਹੈ। ਤੇ ਕੋਈ ਵੀ ਕਲੋਨੀ ਦੀ ਹੋਰ ਵੀ ਪ੍ਰੋਬਲਮ ਹੋਵੇ, ਇਹ ਤਾਂ ਰਾਸ਼ਨ ਦਾ ਮਾਮਲਾ ਹੈ, ਕੋਈ ਕਲੋਨੀ ਦੀ ਹੋਰ ਵੀ ਕੋਈ ਮੈਟਰ ਹੋਵੇ, ਕੋਈ ਪ੍ਰੋਬਲਮ ਆ ਜਾਵੇ ਤੇ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਅਸੀਂ ਉਹਦਾ ਜਿੰਨੇ ਜੋਗੇ ਹੋਏ ਹੱਲ ਜ਼ਰੂਰ ਕਰਾਂਗੇ। ਸੋ ਇਹ ਸਾਰੇ ਮੇਰੇ ਵੀਰ ਸਨ। ਦੋਸਤੋ ਮੈਂ ਤੁਹਾਨੂੰ ਹੋਰ ਵੀ ਜਾਣਕਾਰੀਆਂ ਦੇ ਦਿਆਂ ਆ ਸਾਰੇ ਵੀਰਾਂ ਭਰਾਵਾਂ ਦੇ ਨਾਲ। ਹਾਂਜੀ ਬਜ਼ੁਰਗੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਥੇ ਜਿਹੜੀ ਕਲੋਨੀ ਦੇ ਵਿੱਚ ਵੀਰ ਭੈਣਾਂ ਨੇ, ਇਹ ਸਾਰੇ ਦਿੱਲੀ ਤੋਂ ਆਏ ਨੇ ਕਿ ਕੋਈ ਦੂਰੋਂ ਨੇੜਿਓਂ ਜਿੱਥੋਂ ਜਿੱਥੋਂ ਆਏ ਉੱਥੋਂ ਆਏ? कई दिल्ली तो आए, कई बिहार तो आए ने जी, कई यूपी तो आए ने, कई पटना तो आए ने, मतलब कि सारे मतलब कि बाहरों आए ने जी। ਇੱਥੇ ਲੋਕਲ ਦਾ ਬੰਦਾ ਕੋਈ ਵੀ ਨਹੀਂ। ਦੋਸਤੋ ਗੱਲ ਬੜੀ ਫਿਰ ਸਮਝਿਆ ਜੇ, ਇਸ ਕਲੋਨੀ ਦੇ ਵਿੱਚ ਵੀਰ ਜੀ ਨੇ ਜਿਵੇਂ ਦੱਸਿਆ ਵੀ ਲੋਕਲ ਦਾ ਨਹੀਂ ਹੈ, ਤੇ ਕਿਹੜੇ ਕਿਹੜੇ ਨੇ ਫਿਰ? ਅਸਲ ਦੇ ਵਿੱਚ ਸਿੱਖ ਕਤਲੇਆਮ ਸਾਰੇ ਪਾਸੇ ਹੋਇਆ ਸੀ, ਬੜਾ ਵੱਡਾ ਪ੍ਰੀ ਪਲਾਨ ਸੀ ਉਹ। ਤੇ ਜਦੋਂ ਉਸ ਵਕਤ ਦੀ ਬੀਬੀ ਦੇ ਜਿਸ ਦਾ ਕਤਲ ਹੋਇਆ ਸੀ, ਜਿਸ ਨੂੰ ਖਤਮ ਕੀਤਾ ਗਿਆ ਸੀ, ਆਪਦੇ ਗੁਨਾਹਾਂ ਦੀ ਸਜ਼ਾ ਮਿਲੀ ਸੀ, ਜਦੋਂ ਉਸ ਦੇ ਬੇਟੇ ਨੂੰ ਪੁੱਛਿਆ ਗਿਆ ਸੀ ਤੇ ਉਸਨੇ ਇਹ ਜਵਾਬ ਦਿੱਤਾ ਸੀ, ਕਹਿਣ ਲੱਗਾ ਜਬ ਵੀ ਕੋਈ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਮੇਰੇ ਮਨ 'ਚ ਇੱਕ ਸਵਾਲ ਆਇਆ, ਇੰਦਰਾ ਨੂੰ ਗੋਲੀ ਵੱਜੀ ਤੇ ਉਹਦੇ ਬੇਟੇ ਨੇ ਬਿਆਨ ਦਿੱਤਾ ਵੀ ਜਬ ਵੀ ਕੋਈ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਇਹਦੇ ਅਰਥ ਸਨ ਵੀ ਜਦੋਂ ਕੋਈ ਵੱਡਾ ਰੁੱਖ ਡਿੱਗਦਾ ਤਾਂ ਧਰਤੀ ਕੰਬਣ ਲੱਗ ਪੈਂਦੀ ਹੈ। ਸੋ ਧਰਤੀ ਕੰਬੀ ਹੈ ਬਈ ਜੋ ਸਿੱਖ ਕਤਲੇਆਮ ਹੋਇਆ। ਮੈਂ ਪੁੱਛਣਾ ਚਾਹੁੰਦਾ ਵੀ ਇਸ ਤੋਂ ਪਹਿਲਾਂ ਜੇ ਦੇਖਿਆ ਜਾਵੇ ਤੇ ਮੋਹਨਦਾਸ ਕਰਮਚੰਦ ਗਾਂਧੀ ਨੂੰ ਵੀ ਗੋਲੀ ਵੱਜੀ ਸੀ, ਉਦੋਂ ਕਿਉਂ ਨਹੀਂ ਧਰਤੀ ਕੰਪੀ? ਉਦੋਂ ਕਿਉਂ? ਉਹ ਵੀ ਤਾਂ ਵੱਡਾ ਰੁੱਖ ਸੀ, ਉਹ ਕੋਈ ਗਮਲੇ ਦਾ ਬੂਟਾ ਤੇ ਨਹੀਂ ਸੀ, ਉਹ ਵੀ ਬੜਾ ਵੱਡਾ ਰੁੱਖ ਸੀ। ਜਦੋਂ ਧਰਤੀ ਤੇ ਡਿੱਗਦਾ ਹੈ ਉਦੋਂ ਧਰਤੀ ਨਹੀਂ ਕੰਬਦੀ। ਸਵਾਲ ਬੜਾ ਵੱਡਾ ਆ ਜਾਂਦਾ ਹੈ ਕਿ ਜਦੋਂ ਗੋਲੀ ਹਿੰਦੂ ਮਾਰੇਗਾ ਉਦੋਂ ਕੋਈ ਇਸ਼ੂ ਨਹੀਂ ਬਣੇਗਾ, ਪਰ ਜਦੋਂ ਸਾਡੇ ਦਰਬਾਰ ਸਾਹਿਬ ਦਾ ਬਦਲਾ ਕੋਈ ਸਿੱਖ ਲਵੇਗਾ ਤੇ ਉਹ ਸਾਰੀ ਦੀ ਸਾਰੀ ਕੌਮ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਸੋ ਇਹ ਦੁਨੀਆ ਦੇ ਕਿਸੇ ਕਾਨੂੰਨ ਦੇ ਵਿੱਚ ਨਹੀਂ ਆਉਂਦਾ। ਸੋ ਫਿਰ ਵੀ ਕੌਮ ਨੇ ਸਾਰਾ ਸੰਤਾਪ ਭੋਗਿਆ। ਮੈਂ ਕਹਿੰਦਾ ਸਾਰੇ ਸੰਤਾਪ ਭੋਗਣ ਤੋਂ ਬਾਅਦ ਦੁਬਾਰਾ ਫਿਰ ਅਸੀਂ ਟਰੈਕ ਦੇ ਉੱਪਰ ਆਏ, ਪਰ ਦੁਬਾਰਾ ਜਦੋਂ ਟਰੈਕ ਤੇ ਗੱਡੀ ਆਉਂਦੀ ਹੈ ਸਮਾਂ ਵਕਤ ਕਾਫੀ ਲੱਗ ਜਾਂਦਾ ਹੈ। ਸੋ ਇਹ ਸਾਰੇ ਸਾਡੇ ਵੀਰ ਭੈਣਾਂ ਭਰਾ ਸਾਡੇ ਨਾਲ ਇਕੱਠੇ ਨੇ ਤੇ ਆਪਾਂ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਗੱਲਾਂ ਬਾਤਾਂ ਕਰਨ ਦੇ ਦੌਰਾਨ ਆਪਾਂ ਹੋਰ ਵੀ ਕਲੋਨੀ ਦੇ ਜਿਹੜੇ ਮਸਲੇ ਨੇ ਉਹ ਵੀ ਸ਼ੇਅਰ ਕਰਨ ਦਾ ਯਤਨ ਕਰਾਂਗੇ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਕਿ ਆਪਾਂ ਇਸ ਕਲੋਨੀ ਦੇ ਵਿਖੇ ਆਏ ਹਾਂ, ਬੜੇ ਪੁਰਾਣੇ ਪਰਿਵਾਰ ਨੇ, ਉਹਨਾਂ ਪਰਿਵਾਰਾਂ ਦੇ ਵਿੱਚੋਂ ਸਾਡੇ ਸਤਿਕਾਰਯੋਗ ਵੀਰ ਨੇ, ਜਿਵੇਂ ਮੈਂ ਦੱਸਿਆ ਕੁਝ ਮੇਰੇ ਛੋਟੇ ਨੇ, ਕੁਝ ਮੇਰੇ ਵੱਡੇ ਨੇ। ਛੋਟਿਆਂ ਦਾ ਇਸ ਤਰ੍ਹਾਂ ਵੀ ਅਸੀਂ ਅਕਸਰ ਇਕੱਠੇ ਹੋ ਜਾਂਦੇ ਹਾਂ। ਇਹ ਸਾਰੇ ਵੀਰ ਇਸ਼ਪ੍ਰੀਤ ਸਿੰਘ ਈਸ਼ੂ ਜੀ ਹੋਰੀ, ਇਹ ਸਾਰੀ ਟੀਮ ਹੈ ਮੇਰੇ ਭਰਾ, ਇਹ ਵੀ ਸੈਨੀਟਾਈਜ਼ ਦੀ ਸੇਵਾ ਕਰਦੇ ਨੇ। ਅਸੀਂ ਇਕੱਠੇ ਹੋ ਜਾਂਦੇ ਹਾਂ, ਇਕੱਠੇ ਹੋ ਕੇ ਗੱਲਾਂ ਬਾਤਾਂ ਕਰਦੇ ਹਾਂ, ਦੁੱਖ ਸੁੱਖ ਫੋਲਦੇ ਹਾਂ। ਦੁੱਖ ਸੁੱਖ ਦੇ ਵਿੱਚ ਇਹ ਵੀ ਮੇਰੇ ਨਾਲ ਆ ਕੇ ਖਲੋਂਦੇ ਆ ਸਾਰੇ ਵੀਰ। ਸੋ ਇਹਨਾਂ ਨਾਲ ਮੇਲ ਮਿਲਾਪ ਹੁੰਦਾ ਰਹਿੰਦਾ। ਕੁਝ ਮੇਰੇ ਵੱਡੇ ਭਰਾ ਨੇ, ਮੈਨੂੰ ਲੱਗਦਾ ਵੀ ਉਹਨਾਂ ਕੋਲੋਂ ਵੀ ਸਾਨੂੰ ਕਾਫੀ ਜਾਣਕਾਰੀਆਂ ਪ੍ਰਾਪਤ ਹੋਣਗੀਆਂ। ਆਓ ਤੇ ਇਹਨਾਂ ਦੇ ਨਾਲ ਵੀ ਫਤਿਹ ਦੀ ਸਾਂਝ ਕਰਦੇ ਹਾਂ ਤੇ ਇਹਨਾਂ ਦੇ ਕੋਲੋਂ ਵੀ ਅਸੀਂ ਕਾਫੀ ਖਜ਼ਾਨਾ ਲੈਣ ਦਾ ਯਤਨ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਭ ਨਾਮ ਕੀ ਹੈ ਜੀ ਤੁਹਾਡਾ? ਸਰਦਾਰ ਇੰਦਰਪਾਲ ਸਿੰਘ ਜੀ। ਸਰਦਾਰ ਇੰਦਰਪਾਲ ਸਿੰਘ ਜੀ। ਇੰਦਰਪਾਲ ਸਿੰਘ ਜੀ।
ਸਰਦਾਰ ਸਾਹਿਬ ਤੁਸੀਂ ਇਸ ਕਲੋਨੀ ਦੇ ਵਿੱਚ ਕਦੋਂ ਦੇ ਆਏ ਹੋ? ਮੈਂ 1984 'ਚ ਇੱਥੇ ਆਇਆ ਸੀ ਜਦ ਕਬਜ਼ੇ ਹੋਏ ਸੀ ਨਾ, ਅਸੀਂ ਉਹਨਾਂ ਦਿਨਾਂ 'ਚ ਫਲੈਟ 'ਚ ਆ ਗਏ ਸੀ ਅਸੀਂ ਇੱਥੇ ਹੀ। ਅੱਛਾ। ਤੇ ਤੁਸੀਂ ਕਿਹਾ ਹੁਣ ਜਿਹਦਾ ਗੱਲ ਕਰਦੇ ਪਏ ਹੋ ਕਿ 1984 ਦੇ ਜਿਹੜੇ ਦੰਗਾ ਪੀੜਤ ਇੱਥੇ ਆਏ ਨੇ, ਨੰਬਰ 1 ਇਸ ਟਾਈਮ ਕਲੋਨੀ ਦੇ ਅੰਦਰ ਸਿਰਫ ਜਿਹੜੇ ਦੰਗਾ ਪੀੜਤ ਪਰਿਵਾਰ ਰਹਿ ਗਏ ਨੇ, ਸਿਰਫ ਉਹ 25% ਰਹਿ ਗਏ ਨੇ, ਉਸ ਤੋਂ ਉੱਪਰ ਕੋਈ ਨਹੀਂ ਹੈ। ਇੱਕ ਦੰਗਾ ਪੀੜਤਾ ਦੇ ਨਾਂ ਤੋਂ ਦੰਗਾ ਪੀੜਤਾ ਨੂੰ ਹਰ ਵਾਰੀ ਬਦਨਾਮ ਕੀਤਾ ਜਾਂਦਾ ਹੈ, ਠੀਕ ਹੈ। ਆਪਾਂ ਇਹ ਚਾਹੁੰਦੇ ਹਾਂ ਕਿ ਦੰਗਾ ਪੀੜਤਾ ਨੂੰ ਬਾਰ-ਬਾਰ ਬਦਨਾਮ ਨਾ ਕੀਤਾ ਜਾਵੇ। ਜਿਹੜੇ ਵਿਚਾਰੇ ਮਰ ਗਏ ਨੇ ਉਹਨਾਂ ਦਾ ਯਾਦ ਕਾਹਦੇ ਲਈ ਤਾਜ਼ੀ ਕਰੀ ਜਾਂਦੀ ਹੈ? ਜਿਹੜੇ ਭੁੱਲ ਚੁੱਕੇ ਨੇ, ਕਦੀ ਕਿਸੇ ਟਾਈਮ ਇਲੈਕਸ਼ਨ ਵਾਲਾ ਟਾਈਮ ਆਏਗਾ ਤੇ ਦੰਗਾ ਪੀੜਤ ਯਾਦ ਆ ਜਾਣਗੇ। ਕੋਈ ਫਰਜ਼ ਕਰ ਲਓ, ਹੋਰ ਕੋਈ ਗੱਲਬਾਤ ਹੈ ਕਿ ਦੰਗਾ ਪੀੜਤ ਆ ਜਾਣ, ਉਸ ਤੋਂ ਪਹਿਲੇ ਕੀ ਗਵਰਨਮੈਂਟ ਸੁੱਤੀ ਰਹਿੰਦੀ ਹੈ? ਨੰਬਰ 1 ਨੰਬਰ 2 ਹੁਣ ਜਦ ਆਪਾਂ ਕਹਿੰਦੇ ਆ ਕਿ 1984 'ਚ ਜਦੋਂ ਇੰਦਰਾ ਕਾਂਡ ਹੋਇਆ ਸੀ, ਕਾਂਡ ਨਹੀਂ ਹੋਇਆ ਸੀ, ਇਹ ਅਤਿਆਚਾਰ ਕੀਤਾ ਸੀ ਇਹਨਾਂ ਨੇ ਸਾਡੇ ਨਾਲ, ਸਮਝੇ। 1984 'ਚ ਜਦੋਂ ਇੰਦਰਾ ਗਾਂਧੀ ਨੂੰ ਗੋਲੀਆਂ ਕਹਿੰਦੇ ਮਾਰੀਆਂ ਗਈਆਂ ਸੀਗੀਆਂ, ਉਹ ਸਾਹਮਣੇ ਗੋਲੀਆਂ ਮਾਰੀਆਂ ਗਈਆਂ ਸੀਗੀਆਂ, ਔਰ ਪਿੱਠ ਪਿੱਛੇ ਕਿੰਨੇ ਗੋਲੀਆਂ ਮਾਰੀਆਂ ਸੀਗੀਆਂ, ਇਸ ਗੱਲ ਦਾ ਮੈਨੂੰ ਜਵਾਬ ਦਿਓ। ਕਿਉਂਕਿ ਜਿਸ ਟਾਈਮ ਅਖਬਾਰ ਆਜ ਤੱਕ ਦੀ ਅਖਬਾਰ ਜਿਹੜੀ ਸੀ ਕਾਨਪੁਰ ਦੇ ਅੰਦਰ ਉਹ ਆਈ ਸੀ, ਉਹ ਗੱਲ ਕਿਉਂ ਠੱਪ ਕਰਤੀ ਗਈ? ਕਿਉਂਕਿ ਉਹ ਗੋਲੀਆਂ ਮਾਰੀਆਂ ਸੀ ਇੱਕ ਹਿੰਦੂ ਪਰਿਵਾਰ ਨੇ, ਪੰਜਾਬੀ ਪਰਿਵਾਰ ਨੇ ਗੋਲੀਆਂ ਨਹੀਂ। ਪਿੱਠ ਪਿੱਛੇ ਜਿਹੜੀ ਗੋਲੀ ਮਾਰੀ ਸੀ ਉਹ ਕਿੰਨੇ ਮਾਰੀ ਸੀ? ਮੈਂ ਸਿੱਧਾ ਜਵਾਬ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹਾਂ। ਇਸ ਬਾਰੇ ਕਿਸੇ ਨੂੰ ਵੀ ਪਤਾ, ਕਿਉਂਕਿ ਅਖਬਾਰ ਮੈਂ ਪੜ੍ਹੀ ਸੀ। ਮੈਂ 4 ਕਲਾਸਾਂ ਪੜ੍ਹਿਆ, ਉਸ ਟਾਈਮ ਮੈਂ ਹਿੰਦੀ ਪੜ੍ਹਦਾ ਸੀਗਾ, ਹਿੰਦੀ ਪੜ੍ਹਿਆ ਮੈਂ, ਪੰਜਾਬੀ ਮੈਨੂੰ ਬਿਲਕੁਲ ਨਹੀਂ ਆਉਂਦੀ। ਜਿਹੜੀ ਤੁਸੀਂ ਪਿੱਠ ਪਿੱਛੇ ਗੋਲੀ ਦਾ ਕੋਈ ਸਬੂਤ ਦੇ ਸਕਦੇ ਹੋ ਅੱਜ? ਇਸ ਟਾਈਮ ਅਸੀਂ ਛੋਟੇ ਹੁੰਦੇ ਸੀ, ਜਿਹੜੀ 17 ਸਾਲ ਦੀ ਮੇਰੀ ਉਮਰ ਸੀਗੀ, ਉਹ ਪਿੱਠ ਪਿੱਛੇ ਕਿੰਨੇ ਗੋਲੀ ਮਾਰੀ ਸੀ। ਉਹਦੇ ਬਾਅਦ ਜਿਹੜਾ ਆਪਾਂ ਗੱਲ ਕਰਦੇ, ਚਲੋ ਉਹ ਤਾਂ ਛੱਡੋ। ਦੇਖੋ ਜਿਹੜੇ ਆਪਾਂ ਜੇ ਉਸ ਸਮੇਂ ਦੀ ਆਪਾਂ FIR ਵੀ ਦੇਖੀਏ ਤੇ FIR ਦੇ ਵਿੱਚ ਕਿਹੜੇ ਹਿੰਦੂ ਦਾ ਨਾਮ ਆਉਂਦਾ? ਦੇਖੋ ਜੀ, ਸੱਜਣ ਕੁਮਾਰ, ਜਗਦੀਸ਼ ਟਾਈਟਲ, ਉਹਦਾ ਇਸ ਚੀਜ਼ 'ਚ ਥੋੜਾ ਨਾਮ ਆ ਰਿਹਾ। ਕੀ ਗੱਲ ਕਰਦੇ ਪਏ? ਉਹ ਸਿੱਖ ਨਸਲਕੁਸ਼ੀ 'ਚ ਨਾਮ ਆ ਰਿਹਾ। ਉਹਨਾਂ ਨੇ ਦੰਗੇ ਕਰਾਏ ਸੀ ਸਰ, ਦੰਗੇ ਕਰਵਾਉਣ ਦੇ ਤੁਸੀਂ ਇੰਦਰਾ ਦੀ ਪਿੱਠ ਦੇ ਵਿੱਚ ਗੋਲੀ ਦਾ ਹਿੰਦੂ ਦਾ ਜ਼ਿਕਰ ਕਰਦੇ ਹੋ, ਮੈਂ ਉਹਦਾ ਨਾਮ ਪੁੱਛ ਰਿਹਾ। ਨਾਮ ਨਹੀਂ ਸਾਨੂੰ ਪਤਾ, ਅੰਨੀ ਹੋਸ਼ ਸਾਨੂੰ ਨਹੀਂ ਹੈ, ਲੇਕਿਨ ਕੋਈ ਪ੍ਰੂਫ ਹੋਵੇ। ਪ੍ਰੂਫ ਹੁਣ ਅੱਜ 35 ਸਾਲ ਹੋ ਗਏ ਨੇ, ਉਸ ਪ੍ਰੂਫ ਨੂੰ ਅਸੀਂ ਕਿੱਦਾਂ ਸੰਭਾਲ ਕੇ ਰੱਖ ਸਕਦੇ? ਪਰ ਉਹਦੀ ਉਸ ਸਮੇਂ ਦੀ FIR ਦੇ ਵਿੱਚ ਕੋਈ ਐਸਾ ਜ਼ਿਕਰ ਨਹੀਂ ਆ ਉਹ ਗੱਲ ਠੱਪ ਕਰਤੀ ਗਈ, ਉਹ ਗੱਲ ਚੱਕੀ ਨਹੀਂ ਗਈ ਦੁਬਾਰਾ, ਉਹ ਗੱਲ ਦੁਬਾਰਾ ਨਹੀਂ ਚੱਕੀ ਗਈ। ਆਖਿਰ ਆਪਾਂ ਕੋਈ ਗੱਲ ਪੁੱਛਣਾ ਚਾਹੁੰਦੇ ਹਾਂ, ਜਿਹੜੀ ਪਿੱਠ ਪਿੱਛੇ ਗੋਲੀ ਵੱਜੀ ਉਹ ਕਿੰਨੇ ਮਾਰੀ ਸੀਗੀ? ਗੋਲੀਆਂ ਸਾਹਮਣੇ ਵੱਜੀਆਂ ਸੀ, ਪਿੱਠ ਪਿੱਛੇ ਕਿੰਨੇ ਗੋਲੀ ਮਾਰੀ ਆ? ਕਿਉਂਕਿ ਜੋ ਮੈਨੂੰ ਹੋਸ਼ ਹੈ ਮੈਂ ਉਸ ਗੱਲ ਦਾ ਜਵਾਬ ਨਹੀਂ, ਮੈਂ ਤੁਹਾਨੂੰ ਪੁੱਛਦਾ ਵਾਂ ਨਾ, ਕਿਉਂਕਿ ਤੁਸੀਂ ਦੱਸ ਰਹੇ ਹੋ ਨਾ, ਮੈਂ ਤੁਹਾਨੂੰ ਪੁੱਛ ਰਿਹਾ ਵਾਂ। ਨਹੀਂ ਸਰ, ਦੇਖੋ ਦੋ ਚੀਜ਼ਾਂ ਨੇ। ਤੁਸੀਂ ਮੈਨੂੰ ਗੱਲ ਕੀਤੀ ਵੀ ਪਿੱਠ ਪਿੱਛੇ ਗੋਲੀ ਕਿੰਨੇ ਮਾਰੀ ਹੈ, ਹੁਣ ਤੁਸੀਂ ਗੱਲ ਚੱਕੀ ਹੈ, ਮੈਨੂੰ ਤੁਸੀਂ ਜਵਾਬ ਦਿਓ। ਮੈਂ ਤਾਂ ਕਹਿ ਰਿਹਾ ਵੀ ਉਸ ਸਮੇਂ ਦੀ FIR ਦੇ ਵਿੱਚ ਕੋਈ ਜ਼ਿਕਰ ਨਹੀਂ ਆ ਰਿਹਾ। ਨਾ ਸਾਨੂੰ ਇਹ ਕਿ ਪੁਲਿਸ ਮਹਿਕਮੇ ਦੇ ਬਾਰੇ ਪਤਾ ਸੀਗਾ, ਨਾ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਸੀਗੀ, ਨਾ ਸਾਨੂੰ ਇਹਦੇ ਬਾਰੇ ਨਾ ਕੋਈ ਜਾਣਕਾਰੀ ਸੀਗੀ ਅਸੀਂ ਕੀ ਕਰਨਾ। ਮੈਂ ਤੁਹਾਡੇ ਕੋਲ ਐਜ਼ ਏ ਮੀਡੀਆ ਪਰਸਨ ਪ੍ਰੂਫ ਮੰਗ ਰਿਹਾ ਵਾਂ, ਤੁਸੀਂ ਗੱਲ ਚੁੱਕੀ ਹੈ। ਜੇ ਮੈਂ ਤੁਹਾਡੀ ਗੱਲ ਨਾ ਸੁਣਾ ਮੈਂ ਗੁਨਾਹਗਾਰ। ਮੈਂ ਤੁਹਾਡੀ ਗੱਲ ਨੂੰ ਵੱਡਿਆਂ ਕਰਦਾ, ਮੈਂ ਕਹਿੰਦਾ ਵੀ ਆਪਾਂ ਲੱਖਾਂ ਲੋਕਾਂ ਨੂੰ ਦੱਸੀਏ ਵੀ ਉਹ ਗੋਲੀ ਪਿੱਠ 'ਚ ਮਾਰਨ ਵਾਲਾ ਕੌਣ ਸੀ। ਉਹ ਹਿੰਦੂ ਪਰਿਵਾਰ ਸੀਗਾ। ਜਿਹਨੇ ਕਿਹੜਾ ਪਰਿਵਾਰ ਸੀ? ਹਿੰਦੂ ਪਰਿਵਾਰ ਕਿਹੜਾ ਸੀ? ਫਿਰ ਕੋਈ ਪ੍ਰੂਫ ਦੇ ਦਿਓ ਮੈਨੂੰ, ਕੋਈ ਪ੍ਰੂਫ ਦੇ ਦਿਓ ਮੈਨੂੰ, ਅਖਬਾਰ ਦਾ ਪ੍ਰੂਫ ਦੇ ਦਿਓ। ਕੌਣ ਪ੍ਰੂਫ ਦੇਗਾ ਜੀ? ਹੁਣ ਫਿਰ ਉਹੀ ਮੈਂ ਤੁਹਾਨੂੰ ਪੁੱਛ ਰਿਹਾ ਵਾਂ ਨਾ, ਸਾਲ ਹੋ ਗਏ ਇਸ ਗੱਲ ਨੂੰ, ਉਹਦਾ ਪ੍ਰੂਫ ਕੌਣ ਕਿ ਇੰਦਰਾ ਦਾ ਕਤਲ ਕਰਨਾ ਬਣਦਾ ਸੀ ਕਿ ਨਹੀਂ ਬਣਦਾ ਸੀ? ਚਲੋ ਮੈਂ ਤੁਹਾਨੂੰ ਪੁੱਛਦਾ। ਦੇਖੋ ਜੀ, ਕੋਈ ਵੀ ਕਿਸੇ ਵੀ ਧਾਰਮਿਕ ਸਥਾਨ ਨੂੰ ਜੇ ਧੱਕਾ ਕਰੇਗਾ, ਕੋਈ ਵੀ ਹੋਵੇ, ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਸਿੱਖ ਹੋਵੇ, ਉਹ ਬਰਦਾਸ਼ਤ ਬਿਲਕੁਲ ਨਹੀਂ ਕਰੇਗਾ, ਭਾਵੇਂ ਸਿੱਖ ਹੋਵੇ ਭਾਵੇਂ। ਕੀ ਸਤਵੰਤ ਸਿੰਘ ਬੇਅੰਤ ਸਿੰਘ ਨੇ ਕੌਮ ਦੀ ਲੱਥੀ ਪੱਗ ਦੁਬਾਰਾ ਧਰੀ ਹੈ ਕਿ ਨਹੀਂ ਧਰੀ? ਸਤਵੰਤ ਸਿੰਘ ਜਿਹੜੇ ਇਸ ਟਾਈਮ ਜੇਲ੍ਹ 'ਚ ਨੇ। ਭਾਈ ਸਾਹਿਬ, ਤੁਹਾਨੂੰ ਉਸ 84 ਬਾਰੇ ਇੰਨੀ ਨੌਲੇਜ ਨਹੀਂ ਹੈ। ਹਾਂਜੀ ਹਾਂਜੀ। ਸਤਵੰਤ ਸਿੰਘ ਤੇ ਬੇਅੰਤ ਸਿੰਘ ਜੀ, ਤੇ ਉਹਨਾਂ ਦੇ ਬਾਰੇ ਮੈਂ ਥੋੜਾ ਜ਼ਿਕਰ ਕਰਦੇ ਆ, ਤੇ ਭਾਈ ਕੇਹਰ ਸਿੰਘ ਜੀ, 3 ਨਾਮ ਉਸ ਵੇਲੇ ਤੇ ਤੁਹਾਨੂੰ ਬੋਲਣਗੇ। ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਤੇ ਸਰਦਾਰ ਕੇਹਰ ਸਿੰਘ ਜੀ, ਇਹ 3 ਨਾਮ ਹੋਣਗੇ। ਕਿਉਂਕਿ ਇੰਦਰਾ ਨੂੰ ਜਦੋਂ ਖਤਮ ਕੀਤਾ ਗਿਆ ਹੈ ਤੇ ਸਤਵੰਤ ਸਿੰਘ, ਬੇਅੰਤ ਸਿੰਘ ਤੇ ਕੇਹਰ ਸਿੰਘ ਦਾ ਨਾਮ ਆਇਆ, ਕਿ ਉਹਨਾਂ ਨੇ ਕੌਮ ਦੀ ਲੱਥੀ ਪੱਗ ਸਿਰ ਦੇ ਉੱਪਰ ਨਹੀਂ ਧਰੀ। ਦੇਖੋ ਜੀ, ਇਹਦੇ ਬਾਰੇ ਸਾਡੇ ਫਕਰੇ ਕੌਮ ਨਹੀਂ ਹੈ। ਤੁਸੀਂ ਮੰਨੋ ਜਾਂ ਨਾ ਮੰਨੋ, ਮੈਂ ਅੱਜ ਕੈਮਰੇ ਦੇ ਅੱਗੇ ਗੱਲ ਕਹਿ ਰਿਹਾ ਵਾਂ ਕਿ ਸਤਵੰਤ ਸਿੰਘ ਜੀ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ ਤੇ ਸ਼ਹੀਦ ਭਾਈ ਕੇਹਰ ਸਿੰਘ ਹਕੀਕਤ ਇਹ ਆ ਸਾਡੀ ਕੌਮ ਦੇ ਨਾਇਕ ਨੇ, ਫਕਰੇ ਕੌਮ ਨੇ। ਮੈਂ ਉਹਨਾਂ ਨੂੰ ਫਕਰੇ ਕੌਮ ਕਹਾਂਗਾ। ਹਕੀਕਤ ਇਹ ਹੈ, ਮੈਂ ਕਹਿੰਦਾ ਵੀ ਜੇ ਅੱਜ ਅਸੀਂ ਉਹ ਗੱਲਾਂ ਕਰਦੇ ਹਾਂ, ਸ਼ਾਇਦ ਇਹ ਸਾਰੇ ਭਰਾਵਾਂ ਦੇ ਨਾਲ ਇੱਕ ਮਜ਼ਾਕ ਹੋ ਜਾਵੇਗਾ। ਫਿਰ ਆਪਾਂ ਕੀ ਕਹਾਂਗੇ ਵੀ ਇੰਦਰਾ ਨੂੰ ਮਾਰ ਦੇਣਾ ਇਹ ਗਲਤ ਹੋ ਗਿਆ, ਇਹਦਾ ਮਤਲਬ ਫਿਰ ਇਹ ਸਾਰਾ ਮਜ਼ਾਕ ਹੋ ਗਿਆ? ਨਹੀਂ, ਸਾਨੂੰ ਇਸ ਤਰੀਕੇ ਦੀਆਂ ਗੱਲਾਂ ਨਹੀਂ ਸ਼ੋਭਾ ਦਿੰਦੀਆਂ। ਸਾਨੂੰ ਆਪਣੇ ਇਖਲਾਕ ਦੇ ਵਿੱਚੋਂ ਗੱਲਾਂ ਕੱਢਣੀਆਂ ਪੈਣੀਆਂ ਨੇ। ਸਾਡੀ ਕੌਮ ਦੀ ਲੱਥੀ ਪੱਗ ਨੂੰ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਤੇ ਸਰਦਾਰ ਕੇਹਰ ਸਿੰਘ ਜੀ ਨੇ ਧਰਿਆ। ਸਾਨੂੰ ਪ੍ਰਾਊਡ ਹੈ ਉਹਨਾਂ ਦੇ ਉੱਪਰ। ਸਾਡੀ ਕੌਮ ਦੇ ਸ਼ਹੀਦ ਨੇ। ਅਕਾਲ ਤਖਤ ਸਾਹਿਬ ਦੀ ਧਰਤੀ ਤੋਂ ਉਹਨਾਂ ਨੂੰ ਸ਼ਹੀਦ ਦਾ ਰੁਤਬਾ ਪ੍ਰਾਪਤ ਹੋ ਚੁੱਕਾ ਹੈ। ਕੌਮ ਉਹਨਾਂ ਦਾ ਸ਼ਹੀਦੀ ਦਿਨ ਮਨਾਉਂਦੀ ਹੈ। ਸਾਡੇ ਕੌਮੀ ਨਾਇਕ ਰਹਿਣਗੇ। ਦੋਸਤੋ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਵਾਂ ਔਰ ਵਿਦ ਪ੍ਰੂਫ ਗੱਲ ਕਰਾਂਗਾ। ਇਹ ਮੇਰੇ ਛੋਟੇ ਵੱਡੇ ਸਾਰੇ ਭਰਾ ਨੇ। ਇਸ਼ਪ੍ਰੀਤ ਜੀ, ਤੁਸੀਂ ਵੀ ਇੱਧਰ ਆ ਜਾਓ। ਦੋਸਤੋ, ਗੱਲ ਬੜੀ ਸਮਝਣ ਵਾਲੀ ਹੈ। ਤਰਨ ਸਾਹਿਬ ਦੀ ਧਰਤੀ ਤੇ ਇੱਕ ਸਮਾਗਮ ਸੀ। ਭਾਈ ਸਤਵੰਤ ਸਿੰਘ ਜੀ ਦੇ ਮਾਤਾ ਜੀ ਵੀ ਉਸ ਸਮਾਗਮ ਦੇ ਵਿੱਚ ਹਾਜ਼ਰ ਸਨ।
ਬਾਪੂ ਤਰਲੋਕ ਸਿੰਘ ਜੀ ਨਾਲ ਵੀ ਮੇਰਾ ਬੜਾ ਪਿਆਰ ਰਿਹਾ ਹੈ। ਭਾਈ ਸਤਵੰਤ ਸਿੰਘ ਜੀ ਦੇ ਪਿਤਾ ਜੀ ਤੁਸੀਂ ਵੀ ਮਿਲੇ ਹੋ, ਇੱਕ ਸਮਾਗਮ ਦੇ ਵਿੱਚ ਵੀਰ ਵੀ ਮੇਰੇ ਨਾਲ ਸੀ, ਅਸੀਂ ਮਿਲੇ ਹਾਂ। ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਬਾਪੂ ਤਰਲੋਕ ਸਿੰਘ ਦੁਨੀਆ ਦੇ ਉੱਪਰ ਨਹੀਂ, ਮਾਤਾ ਜੀ ਦਾ ਸਨਮਾਨ ਸੀ ਤੇ ਦੂਜੇ ਉਸ ਧਰਤੀ ਦੇ ਉੱਪਰ ਹਾਜ਼ਰ ਸਨ ਕੌਮ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਬੇਟਾ ਜੀ। ਜਦੋਂ ਉੱਥੇ ਸਟੇਜ ਦੇ ਉੱਪਰ ਸਾਰੇ ਸਨ, ਉੱਥੇ ਕੀ ਮੈਂ ਬੋਲਣਾ ਸੀ। ਜਦੋਂ ਮਾਤਾ ਜੀ ਨੂੰ ਸਨਮਾਨ ਦੇ ਦਿੱਤਾ ਗਿਆ, ਮਾਤਾ ਜੀ ਨੂੰ ਗੱਡੀ ਵਿੱਚ ਅਸੀਂ ਛੱਡਣ ਜਾਣ ਲੱਗੇ ਤੇ ਅਰਮਦਾ ਗੱਡੀ ਸੀ ਮਹਿੰਦਰਾ ਦੀ ਅਰਮਦਾ ਗੱਡੀ, ਉਹਦੇ ਉੱਪਰ ਲਿਖਿਆ ਹੋਇਆ ਹੈ ਫਖਰੇ ਕੌਮ ਸ਼ਹੀਦ ਭਾਈ ਸਤਵੰਤ ਸਿੰਘ ਜੀ ਅਗਵਾਨ। ਤੇ ਮੇਰੇ ਛੋਟੇ ਭਰਾ ਹਰਪਾਲ ਸਿੰਘ ਮਖੂ ਨੇ ਮੈਨੂੰ ਪੁੱਛਿਆ, ਕਹਿੰਦਾ ਵੀਰ ਜੀ, ਮੈਂ ਕਿਹਾ ਹਾਂਜੀ, ਕਹਿੰਦਾ ਇੱਥੇ ਫਖਰੇ ਕੌਮ ਕਿਉਂ ਲਿਖਿਆ ਹੈ? ਤੇ ਮੈਂ ਛੋਟੇ ਵੀਰ ਨੂੰ ਕਿਹਾ, ਮੈਂ ਕਿਹਾ ਛੋਟੇ ਵੀਰ ਅਸਲ ਵਿੱਚ ਫਖਰੇ ਕੌਮ ਹੈ ਹੀ ਇਹ ਨੇ, ਕੌਮ ਨੂੰ ਇਹਨਾਂ ਦੇ ਨਾਮ ਤੇ ਫਖਰ ਹੈ, ਕੌਮ ਨੂੰ ਇਹਨਾਂ ਦੇ ਨਾਮ ਤੇ ਮਾਣ ਹੈ। ਵੱਖਰੀ ਗੱਲ ਹੈ ਕਿ ਸਮੇਂ ਦੇ ਜਥੇਦਾਰਾਂ ਨੇ, ਵਕਤ ਦੇ ਜਥੇਦਾਰਾਂ ਨੇ ਫਖਰੇ ਕੌਮ ਕਿਸੇ ਪੋਲੀਟੀਕਲ ਲੀਡਰ ਨੂੰ ਦੇ ਦਿੱਤਾ, ਪਰ ਮੈਂ ਕਿਹਾ ਸਾਡੇ ਫਖਰੇ ਕੌਮ ਸ਼ਹੀਦ ਭਾਈ ਸਤਵੰਤ ਸਿੰਘ ਜੀ ਰਹਿਣਗੇ, ਸਾਡੇ ਫਖਰੇ ਕੌਮ ਸ਼ਹੀਦ ਭਾਈ ਬੇਅੰਤ ਸਿੰਘ ਜੀ ਰਹਿਣਗੇ, ਸਾਡੇ ਫਖਰੇ ਕੌਮ ਉਹ ਸਾਰੇ ਕੌਮੀ ਨਾਇਕ ਰਹਿਣਗੇ ਜਿਨ੍ਹਾਂ ਨੇ ਕੌਮ ਦੀ ਪਿੱਠ ਵਿੱਚ ਛੁਰਾ ਨਹੀਂ ਮਾਰਿਆ, ਪਰ ਕੌਮ ਦੀ ਲੱਥੀ ਪੱਗ ਜਿਹੜੀ ਆ ਕੌਮ ਦੇ ਸਿਰ ਦੇ ਉੱਪਰ ਤਰੀ ਹੈ। ਸੋ ਮੈਂ ਦੱਸ ਦੇਣਾ ਚਾਹੁੰਦਾ, ਅੱਜ ਉਸ ਕਲੋਨੀ ਦੇ ਵਿੱਚ ਆਇਆ ਮੈਂ, ਜਿੱਥੇ ਆ ਕੇ ਮੈਨੂੰ ਵੀਰਾਂ ਨੇ ਪੂਰੀਆਂ ਜਾਣਕਾਰੀਆਂ ਦਿੱਤੀਆਂ ਨੇ। ਤੇ ਆਓ ਇਹਨਾਂ ਵੀਰਾਂ ਦੇ ਨਾਲ ਆਪਾਂ ਹੋਰ ਵੀ ਛੋਟੇ ਮੇਰੇ ਭਰਾ ਨੇ ਗੱਲਾਂ ਬਾਤਾਂ ਕਰਦੇ ਹਾਂ। ਗੱਲ ਇੱਥੇ ਦੋਸਤੋ ਰਾਸ਼ਨ ਦੀ ਨਹੀਂ ਹੈ, ਗੱਲ ਦਰਦ ਵੰਡਾਉਣ ਦੀ ਹੈ। ਰਾਸ਼ਨ ਤੁਸੀਂ ਸਹਿਯੋਗ ਕਰਦੇ ਹੋ, ਅਸੀਂ ਅੱਗੇ ਵੰਡ ਦਿੰਦੇ ਹਾਂ, ਪਰ ਦਰਦ ਵੀ ਵੰਡਾਉਣਾ ਪੈਂਦਾ, ਭਰਾਵਾਂ ਨੂੰ ਪੁੱਛਣਾ ਪੈਂਦਾ ਵੀ ਹੋਰ ਇਸ ਕਲੋਨੀ ਦੀਆਂ ਕੀ ਪ੍ਰੋਬਲਮਸ ਨੇ, ਤਾਂ ਕਿ ਹੋ ਸਕਦਾ ਹੋਇਆ ਅਸੀਂ ਹੱਲ ਕਰਨ ਦਾ ਯਤਨ ਕਰਾਂਗੇ, ਨਾ ਵੀ ਹੋਏਗਾ ਘੱਟੋ ਘੱਟ ਅਸੀਂ ਆਵਾਜ਼ ਤੇ ਦੁਨੀਆ ਤੱਕ ਲੈ ਕੇ ਜਾਵਾਂਗੇ। ਕੋਈ ਵੀ ਸੱਜਣ ਇਹਨਾਂ ਵੀਰਾਂ ਭੈਣਾਂ ਦੀ ਸਾਰ ਲਵੇ, ਪਰਿਵਾਰਾਂ ਦੇ ਬੱਚਿਆਂ ਨੂੰ ਪ੍ਰਦੇਸ਼ ਵਿੱਚ ਵੀ ਸੈੱਟ ਕੀਤਾ ਜਾ ਸਕਦਾ, ਬੜੇ ਐਸੇ ਸਾਧਨ ਨੇ, ਪਰਿਵਾਰਾਂ ਦੇ ਬੱਚਿਆਂ ਨੂੰ ਪ੍ਰਦੇਸ਼ਾਂ ਵਿੱਚ ਸੈੱਟ ਕੀਤਾ ਜਾ ਸਕਦਾ, ਕਿਸੇ ਦੀ ਬੱਚੇ ਦੀ ਐਜੂਕੇਸ਼ਨ ਦੇ ਖਰਚੇ ਚੱਕੇ ਜਾ ਸਕਦੇ ਨੇ, ਬੜੇ ਐਸੇ ਕੰਮ ਨੇ ਜਿਹੜੇ ਹੋਣ ਵਾਲੇ ਨੇ ਅਜੇ ਵੀ। ਸੋ ਇਸ਼ਪ੍ਰੀਤ ਜੀ, ਤੁਹਾਡੀ ਏਜ ਕਿੰਨੀ ਹੈ? ਮੇਰੀ ਏਜ ਹੈਗੀ ਹੈ 27 ਸਾਲ ਦੀ। 27 ਸਾਲ, ਤੁਹਾਡਾ ਬਰਥ ਬਾਅਦ ਦਾ ਹੈ ਨਾ, ਪਰ ਤੁਹਾਡੇ ਪਿਤਾ ਜੀ ਨੇ ਖੰਡਾਇਆ, ਇਹਨਾਂ ਨੇ ਫਿਰ ਦੱਸਿਆ ਹੋਣਾ ਤੁਹਾਨੂੰ ਵੀ ਜਦੋਂ ਸਭ ਕੁਝ ਖਤਮ ਹੋ ਗਿਆ ਤੇ ਕਿਹੜੇ ਹਾਲਾਤਾਂ ਵਿੱਚ ਇੱਥੇ ਆਏ? ਮੇਰੀ ਦਾਦੀ ਜੀ ਹਰਭਜਨ ਕੌਰ ਜੋ ਸ਼ੁਰੂ ਤੋਂ ਹੀ ਮੈਨੂੰ ਇਹ ਚੀਜ਼ਾਂ ਦੱਸਦੇ ਰਹਿੰਦੇ, ਸਿੱਖੀ ਲੈਵਲ ਦੇ ਮੈਨੂੰ ਹਰੇਕ ਚੀਜ਼ਾਂ ਬਾਰੇ ਉਹਨਾਂ ਨੇ ਨੌਲੇਜ ਦਿੱਤੀ। ਮੈਨੂੰ ਜਦੋਂ ਦੱਸਿਆ ਵੀ ਸਨ 84 ਰਾਈਟਸ ਦੇ ਵਿੱਚ ਅਸੀਂ ਜੋ ਹੰਡਾਇਆ ਹੈ, ਕਹਿੰਦੇ ਉਸ ਚੀਜ਼ ਨੂੰ ਤੁਸੀਂ ਆਪਣਾ ਸੇਫ ਚਲੋ, ਉਹ ਤਾਂ ਡਰਦੇ ਸੀ ਇਸ ਚੀਜ਼ ਨੂੰ ਦੇਖ ਕੇ, ਕਹਿੰਦੇ ਵੀ ਜਿਹਦੇ ਕੜਾ ਵੀ ਹੱਥੇ ਪਾਇਆ ਹੁੰਦਾ ਸੀ, ਕਹਿੰਦੇ ਉਹਨੂੰ ਵੀ ਮਾਰਨਾ ਸ਼ੁਰੂ ਕਰ ਦਿੰਦੇ ਸੀ। ਹਾਂ, ਕਹਿੰਦੇ ਉਹ ਤਾਂ ਕੜਾ, ਕਹਿੰਦੇ ਜਿਹਦੇ ਕੜਾ ਚਾਹੇ ਮੋਨਾ ਹੈ, ਉਹ ਕੜਾ ਦੇਖਦੇ ਸੀ ਉਦੋਂ ਮੌਕੇ ਤੇ ਵੀ ਕੜਾ ਪਾਇਆ, ਬਸ ਇਹ ਸਰਦਾਰ ਹੈ ਨਾਲ ਹੀ। ਜੀ ਬਿਲਕੁਲ, ਜਿਸ ਹਿਸਾਬ ਨਾਲ ਤੁਸੀਂ ਦੱਸਿਆ ਵੀ ਉਹ ਸੰਤਾਪ ਦੇ ਵਿੱਚੋਂ ਪਰਿਵਾਰ ਨਿਕਲਿਆ ਹੈ, ਲੰਮਾ ਸਮਾਂ ਹੋ ਗਿਆ ਭਾਵੇਂ ਇਹ ਗੱਲਾਂ ਕਰਦੇ ਦੋਸਤੋ, ਤੁਸੀਂ ਮਹਿਸੂਸ ਕਰੋਗੇ ਅਸਲ ਵਿੱਚ ਦਾਸਤਾਨ ਹੀ ਐਸੀ ਹੈ, ਜਦੋਂ ਅਸੀਂ ਗੱਲਬਾਤ ਕਰਦੇ ਹਾਂ ਕਿਤੇ ਨਾ ਕਿਤੇ ਮਨ ਭਰਦਾ। ਭਾਵੇਂ ਮੇਰੇ ਛੋਟੇ ਵੱਡੇ ਵੀਰ ਨੇ, ਅਸੀਂ ਬੜਾ ਇਕੱਠੇ ਵਿਚਰਦੇ ਹਾਂ, ਪਰ ਫਿਰ ਵੀ ਜਦੋਂ ਇਹ ਗੱਲਾਂ ਛੇੜੀਆਂ ਜਾਂਦੀਆਂ ਮੇਰਾ ਆਪਣਾ ਮਨ ਵੀ ਭਰਦਾ। ਪਰ ਮੇਰਾ ਮਨ ਕਹਿੰਦਾ ਕਿ ਅੱਜ ਜੇ 84 ਤੋਂ ਲਈਏ ਤੇ 2020 ਹੋ ਗਿਆ, ਹਾਲਾਤਾਂ ਵਿੱਚ ਕੋਈ ਵਿਸ਼ੇਸ਼ ਸੁਧਾਰ ਤੇ ਨਹੀਂ ਆਇਆ ਵੀਰ ਜੀ? ਦੱਸਿਆ ਜੇ, ਸੱਚ ਬੋਲਿਆ ਜੇ। ਕੋਈ ਆਰਥਿਕ ਤੌਰ ਦੇ ਉੱਪਰ ਦੁਬਾਰਾ ਗੱਡੀ ਲਾਈਨ ਤੇ ਆਈ ਹੈ? ਨਹੀਂ ਆਈ। ਇਸ ਬਾਰੇ ਮੈਂ ਚਾਹਾਂਗਾ ਇਸ਼ਪ੍ਰੀਤ ਜੀ ਦੇ ਵਿਚਾਰ ਵੀ ਲਏ ਜਾਣ। ਵੀਰ ਜੀ, ਮੇਰੇ ਫਾਦਰ ਸਾਹਿਬ ਦਾ, ਮੇਰੀ ਦਾਦੀ ਜੀ ਦਾ ਉੱਥੇ ਆਪ ਦਾ ਕੱਪੜੇ ਦਾ ਫੈਕਟਰੀ ਸੀ। ਮੇਰੀ ਦਾਦੀ ਦੱਸਦੇ ਸੀ ਵੀ ਸਾਡੀ ਕੱਪੜੇ ਦੀ ਫੈਕਟਰੀ ਹੈ, ਕਹਿੰਦੇ ਵੀ ਦਿੱਲੀ ਦੇ ਵਿੱਚ ਜਦੋਂ ਅੱਗ ਉੱਥੇ ਕਹਿੰਦੇ ਅੱਗ ਲੱਗੀ ਹੈ, ਕਹਿੰਦੇ ਉਸ ਤੋਂ ਬਾਅਦ ਸਾਡਾ ਕੰਮ ਹੀ ਤੁਸੀਂ ਦੇਖ ਸਕਦੇ ਹੋ, ਉਸ ਤੋਂ ਬਾਅਦ ਸਾਡਾ ਕੋਈ ਕੰਮ ਸੈੱਟ ਨਹੀਂ ਹੋਇਆ, ਕੋਈ ਕੁਝ ਨਹੀਂ, ਉਸ ਤੋਂ ਬਾਅਦ ਸਾਰਾ ਖਤਮ ਹੋ ਗਿਆ। ਖਤਮ ਹੋ ਗਿਆ ਜੀ ਹਾਂਜੀ, ਦੁਕਾਨਾਂ ਪਈਆਂ ਨੇ ਸਾਡੀਆਂ ਜਨਕਪੁਰੀ ਮੇਨ ਰੋਡ ਦੇ ਉੱਪਰ, ਦੁਕਾਨਾਂ ਹਲੇ ਵੀ ਸਾਡੀਆਂ ਉੱਥੇ ਪਈਆਂ ਨੇ। ਹੁਣ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ, ਨਾ ਉੱਥੇ ਮਿਲ ਰਿਹਾ ਕੋਈ ਇਹ ਸਮਾਨ ਦੁਆਰਾ, ਉੱਥੇ ਉਹਨਾਂ ਦੁਕਾਨਾਂ ਤੇ ਫਿਰ ਕਬਜ਼ੇ ਹੋਏ ਹੋਣਗੇ। ਹੋ ਗਏ ਜੀ ਉਹਨਾਂ ਦੁਕਾਨਾਂ ਤੇ। ਦੋਸਤੋ, ਸਾਰੀਆਂ ਚੀਜ਼ਾਂ ਜਿਹੜੇ ਵੀਰ ਭਰਾ ਦੱਸਦੇ ਨੇ। ਵੀਰ ਜੀ, ਤੁਸੀਂ ਮੇਰੇ ਖਿਆਲ ਕਾਨਪੁਰ ਤੋਂ ਸੀ? ਆ ਜਾਓ, ਮੈਂ ਤੁਹਾਡਾ ਵੀ ਵਿਚਾਰ ਲਈਏ। ਸਾਰੇ ਮਾਸਕ ਜ਼ਰੂਰ ਰੱਖਿਆ ਜੇ। ਅੱਛਾ, ਤੁਸੀਂ ਕਾਨਪੁਰ ਦੀ ਧਰਤੀ ਤੋਂ? ਜੀ ਕਾਨਪੁਰ ਤੋਂ ਫਾਦਰ ਸਾਹਿਬ ਮੇਰੇ ਆਏ ਗੁਮਟੀ ਨੰਬਰ 5 ਤੋਂ ਜੀ। ਹਾਂਜੀ, ਤੇ ਉੱਥੇ ਮੇਰੇ ਫਾਦਰ ਸਾਹਿਬ ਦਾ, ਮੇਰੇ ਦਾਦਾ ਜੀ ਦਾ ਡਰਾਈ ਕਲੀਨਿੰਗ ਦਾ ਕੰਮ ਹੁੰਦਾ ਸੀ, ਤੇ ਉੱਥੇ ਵੀ ਇਹੀ ਹਾਲਾਤ ਸੀ, ਟਾਇਰ ਗਲਾਂ 'ਚ ਪਾ ਕੇ ਜਿੰਦਾ ਸਾਹਮਣੇ ਜਲਾਏ। ਤੇ 15 ਦਿਨ ਮੇਰੇ ਫਾਦਰ ਸਾਹਿਬ ਦੱਸਦੇ ਆ ਵੀ ਅਸੀਂ ਇੱਕ ਕੋਨੇ ਤੇ ਲੁਕੇ ਰਹੇ ਹਾਂ। ਅੱਛਾ ਜੀ। ਤੇ ਆਂਢ ਗਵਾਂਢ ਨੇ ਜਿਹੜੀ ਹੈਲਪ ਕੀਤੀ ਹੈ ਤਾਂ ਕੀਤੀ ਹੈ। ਕੁਝ ਕੁ ਪ੍ਰਵਾਸ ਹਿੰਦੂ ਐਸੇ ਵੀ ਸੀ ਜਿਨ੍ਹਾਂ ਨੇ ਮਦਦ ਕੀਤੀ ਹੈ, ਜਿਨ੍ਹਾਂ ਨੇ ਕੁਝ ਸਿੱਖ ਪਰਿਵਾਰਾਂ ਨੂੰ ਬਹੁਤ ਬਚਾਇਆ ਤੇ ਉਹਨਾਂ ਦਾ ਸਮਾਂ ਲੰਘਾਇਆ ਜਦੋਂ ਤੱਕ ਮਾਹੌਲ ਠੰਡਾ ਨਹੀਂ ਹੋ ਗਿਆ। ਪਰ ਜਦੋਂ 84 ਦੇ ਵਿੱਚ ਇਹ ਦੰਗੇ ਹੋਏ ਨੇ, ਦੰਗੇ ਕਾਹਦੇ, ਇਹ ਨਸਲਕੁਸ਼ੀ ਹੋਈ ਹੈ, ਤੇ ਇਹ ਨਸਲਕੁਸ਼ੀ ਪ੍ਰੀ ਪਲਾਨਡ ਕੀਤੀ ਗਈ ਹੈ, ਤੇ ਲੋਕਾਂ ਨੇ
ਬਸ ਦੇਖਣਾ ਵੀ ਸਿੱਖ ਕਿੱਥੇ ਨਜ਼ਰ ਆ ਰਿਹਾ ਹੈ, ਕਿੱਥੇ ਉਹਦਾ ਪਤਾ ਹੈ, ਕਿੱਥੇ ਉਹ ਰਹਿੰਦਾ ਹੈ, ਕਿੱਥੇ ਉਹ ਮਿਲ ਸਕਦਾ ਹੈ। ਉੱਥੇ ਜਾ ਕੇ ਤਿਆਰੀਆਂ ਕਰਕੇ ਬਕਾਇਦਾ ਪੈਟਰੋਲ ਬੰਬ ਬਣਾ ਕੇ ਲੋਕਾਂ ਦੇ ਘਰਾਂ ਨੂੰ ਸਾੜਿਆ, ਲੋਕਾਂ ਦੇ ਘਰਾਂ 'ਚ ਬੰਬ ਉਹਨਾਂ ਨੇ ਪੈਟਰੋਲ ਬੰਬ ਬਣਾ ਕੇ ਮਿੱਟੀ ਦਾ ਤੇਲ ਪਾ ਕੇ ਬਣਾ ਕੇ ਉਹਨਾਂ ਨੇ ਘਰ ਜਲਾਏ। ਮੇਰੇ ਗੁਆਂਢ ਦੇ ਵਿੱਚ ਅੱਜ ਵੀ ਇੱਕ ਫੈਮਿਲੀ ਰਹਿੰਦੀ ਹੈ, ਮੇਰਾ ਫਰੈਂਡ ਹੈ, ਉਹਦੀ ਮਦਰ ਦੇ ਪੇਟ ਦੇ ਵਿੱਚ ਜਵਾਕ ਸੀ 7ਵੇਂ ਮਹੀਨੇ 'ਚ ਤੇ ਲੱਤਾਂ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ। ਉਹ ਹਰਿਆਣੇ ਦੇ ਕਿਸੇ ਸਟੇਟ ਨੂੰ ਹਰਿਆਣੇ ਦੇ ਕਿਸੇ ਸਿਟੀ ਨੂੰ ਬਿਲੋਂਗ ਕਰਦੇ ਆ ਤੇ ਮੈਨੂੰ ਪਤਾ ਨਹੀਂ ਹੈ। ਤੇ ਮੈਂ ਉਹਨਾਂ ਦੀਆਂ ਫੋਟੋਆਂ ਦੇਖੀਆਂ ਹੋਈਆਂ ਕਿ ਉਹਦੀ ਮਦਰ 7ਵੇਂ ਮਹੀਨੇ 'ਚ ਸੀ ਤੇ ਉਹਨਾਂ ਦੇ ਪੇਟ ਦੇ ਵਿੱਚ ਮਾਰ ਲੱਤਾਂ ਉਹਨਾਂ ਦਾ ਬੱਚਾ ਖਰਾਬ ਕਰ ਦਿੱਤਾ ਗਿਆ। ਉਹਨਾਂ ਦਾ ਸਾਰਾ ਘਰ ਤੋੜਿਆ। ਉਹਨਾਂ ਕੋਲੇ ਅੱਜ ਵੀ ਉਹਨਾਂ ਫੋਟੋਆਂ ਦੇ ਸਬੂਤ ਮੌਜੂਦ ਨੇ ਜਿਹਨੂੰ ਆਪਾਂ ਨਕਾਰ ਨਹੀਂ ਸਕਦੇ। ਇਹ ਨਸਲਕੁਸ਼ੀ ਪ੍ਰੀ ਪਲੈਨਡ ਹੋਈ ਸੀ ਤੇ ਅੱਜ ਤੱਕ ਕੋਈ ਵੀ ਇਸ ਪ੍ਰੀ ਪਲੈਨਡ ਨਸਲਕੁਸ਼ੀ ਨੂੰ ਵਾਪਸ ਸਹੀ ਨਹੀਂ ਕਰ ਸਕਿਆ ਤੇ ਨਾ ਅੱਜ ਤੱਕ ਕਿਸੇ ਨੂੰ ਇਨਸਾਫ ਮਿਲਿਆ ਇਸ ਚੀਜ਼ ਦਾ ਤੇ ਨਾ ਹੀ ਅਸੀਂ ਸਰਕਾਰਾਂ ਤੋਂ ਉਮੀਦ ਕਰਦੇ ਹਾਂ ਕਿ ਅਗਲੇ ਸਮੇਂ 'ਚ ਕਦੀ ਮਿਲੇਗਾ ਵੀ। ਇਹ ਆਸ ਹੀ ਲੋਕਾਂ ਨੇ ਛੱਡ ਦਿੱਤੀ ਹੋਈ ਹੈ। ਜਿਹੜੇ ਅਸਲ ਦੰਗਾ ਪੀੜਤ ਨੇ, ਜਿਹੜੇ ਸਾਡੇ ਵੱਡੇ ਬਜ਼ੁਰਗ ਨੇ, ਜਿਹੜੇ ਅਸਲ ਦੇ ਵਿੱਚ ਦੰਗਾ ਪੀੜਤ ਨੇ, ਉਹਨਾਂ ਨੇ ਇਹ ਸੋਚ ਹੀ ਛੱਡ ਦਿੱਤੀ ਹੋਈ ਹੈ ਕਿ ਸਾਨੂੰ ਕਦੀ ਇਹ ਭਾਰਤ ਦੀ ਹਕੂਮਤ ਤੋਂ ਨਹੀਂ, ਹਿੰਦੁਸਤਾਨ ਦੀ ਹਕੂਮਤ ਤੋਂ ਕਦੀ ਇਨਸਾਫ ਮਿਲ ਸਕੇਗਾ। ਇਹ ਅੱਜ ਜੋ ਦੌਰ ਚੱਲ ਰਿਹਾ ਨਾ, ਇਹ ਹਿੰਦੁਸਤਾਨ ਦੀ ਹਕੂਮਤ ਦਾ ਚੱਲ ਰਿਹਾ ਤੇ ਅਸੀਂ ਹਿੰਦੁਸਤਾਨ ਨਹੀਂ, ਅਸੀਂ ਭਾਰਤ ਦੇ ਵਾਸੀ ਹਾਂ। ਹਾਂਜੀ ਬਿਲਕੁਲ ਦੋਸਤੋ, ਤੁਸੀਂ ਇਹ ਪੂਰੀ ਦੀ ਪੂਰੀ ਗੱਲ ਸੁਣੀ ਹੈ। ਸੁਣ ਕੇ ਤੁਹਾਨੂੰ ਬੜੀ ਹੈਰਾਨਗੀ ਵੀ ਹੋਈ ਹੋਵੇਗੀ, ਮੈਨੂੰ ਵੀ ਹੁੰਦੀ ਹੈ। ਵੀਰ ਜੀ ਨੇ ਇੱਕ ਵਾਕਿਆ ਦਾ ਜ਼ਿਕਰ ਕੀਤਾ ਹੈ। ਇਸ ਤੋਂ ਪਹਿਲਾਂ ਇਸ਼ਪ੍ਰੀਤ ਇਸ਼ੂ ਨੇ ਜ਼ਿਕਰ ਕੀਤਾ ਹੈ। ਮੈਂ ਚਾਹਾਂਗਾ ਵੀਰ ਜੀ ਤੁਹਾਡਾ ਸ਼ੁਭ ਨਾਮ ਕੀ ਹੈ? ਮੇਰਾ ਰਮਨਦੀਪ ਸਿੰਘ। ਰਮਨਦੀਪ ਮੇਰਾ ਬੜਾ ਪਿਆਰਾ ਵੀਰ ਹੈ। ਇਹਨਾਂ ਨੇ ਇੱਕ ਹਵਾਲਾ ਦਿੱਤਾ ਹੈ, ਇਸ਼ਪ੍ਰੀਤ ਜੀ ਨੇ ਹਵਾਲਾ ਦਿੱਤਾ ਹੈ। ਜੇ ਮੈਂ ਇੱਕ ਘਰ ਦੇ ਵਿੱਚੋਂ ਹਵਾਲੇ ਲੈਣ ਲੱਗਾਂਗਾ ਨਾ, ਮੈਨੂੰ ਬੜਾ ਲੰਬਾ ਵਕਤ ਲੱਗੇਗਾ। ਸੋ ਦੱਸਣਾ ਆਪਾਂ ਫਿਰ ਕਿਤੇ ਛੇੜਾਂਗੇ। ਦੁੱਖ ਇਸ ਗੱਲ ਦਾ ਹੈ ਵੀ 84 ਵੇਲੇ ਇਹ ਕੁਝ ਹੋਇਆ। ਅੱਜ ਖੁਸ਼ੀ ਇਸ ਗੱਲ ਦੀ ਹੈ ਵੀ ਮੈਂ ਸਹੀ ਜਗ੍ਹਾ ਤੇ ਪਹੁੰਚ ਗਿਆ ਰਾਸ਼ਨ ਲੈ ਕੇ। ਤੁਹਾਡਾ ਸੰਗਤਾਂ ਦਾ ਸਹਿਯੋਗ, ਅਕਾਲ ਏਡ ਤੇ ਅਸੀਂ ਸਹੀ ਜਗ੍ਹਾ ਤੇ ਪਹੁੰਚੇ ਹਾਂ, ਇਹ ਮੈਨੂੰ ਖੁਸ਼ੀ ਹੈ। ਦਰਦ ਸੁਣ ਕੇ ਮੈਨੂੰ ਬੜੀ ਵੱਡੀ ਤਕਲੀਫ ਹੈ। ਹਕੀਕਤ ਇਹ ਹੈ, ਟਰੈਕ ਤੇ ਦੁਬਾਰਾ ਆਉਣਾ ਬੜਾ ਔਖਾ ਹੋ ਜਾਂਦਾ ਹੈ। ਸੋ ਦੋਸਤੋ ਆਓ, ਅੱਜ ਆਪਾਂ ਵੀਰਾਂ ਦੇ ਨਾਲ ਰਾਸ਼ਨ ਦੀ ਸੇਵਾ ਕਰਨੀ ਹੈ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਨਾਲ ਗੱਲਾਂ ਬਾਤਾਂ ਹੋਰ ਵੀ ਬੜੀਆਂ ਕਰਦੇ ਰਹਾਂਗੇ। ਆਪਣੇ ਸੇਵਕ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅੱਜ, ਲਾਉਂਦੇ ਹਾਂ ਘੰਟਾ ਡੇਢ ਘੰਟਾ ਵੀਰਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।